श्री वाहिगुरु साहिब जीओ। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। इक मन पुरख ध्याए बरदाता संत सहार सदा बिख्याता। तास चरण लिरदै बसावों तो परम गुरु नानक गुण गावों। हम अवगुण भरे एक गुण नाही, अमृत छाड़ बिखै बिख खाही। माया मोह भरम पै भूले, सुत दारा स्यों प्रीत लगाई। इक उत्तम पंथ सुन्यो गुर संगत, तेह मिलंथ जम त्रास मिटाई। इक अरदास पाठ कीरत की, गुरु रामदास राखो शरणाई। इक अरदास पाठ कीरत की, गुरु रामदास राखो शरणाई। वाहिगुरु जी का खालसा वाहिगुरु जी की फतेह। सतगुरु पातशाह साहब जी दे पावन दरबार दियां हाਜ਼ਰੀਆਂ भरदिਆਂ गुरु पातशाह साहब जी दे अपने ही निज पावन स्वरूप शब्द नाल चित ला के जद आप सावधान ते एकाग्र चीत होए जुड़ मिल बैठे हो, पातशाह गुरुदेव जी दियां बेअंत महरहमतां ते वडियाइयां जो सत संगत विच सदा वरतदियां ने, आप उन्हां दे सांझी ते धारणी होयो। किरपलता करना, अपने निर्मल हिरदे चों अरदास करना जो गुरु पातशाह साहब जी रहमत करन। पावन शब्द साखी तिसकी विचार बोलण दा ताण ते विचार दा प्रवाह बख्शण। एक वार आसीस दिंदियां ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਇਆ। ਇਸ ਸਮੇਂ ਆਪਣੇ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਸਾਡੇ ਵਾਸਤੇ ਹਰ ਰੋਜ਼ ਦੀ ਤਰ੍ਹਾਂ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦੇ ਦਰ ਖੁੱਲ੍ਹਦੇ ਨੇ ਤੇ ਉਸ ਦਰ ਤੋਂ ਸ਼੍ਰੀ ਮੁਖ ਵਾਕ ਦੇ ਰਾਹੀਂ ਆਸੀਸਾਂ ਆਦੇਸ਼ ਤੇ ਉਪਦੇਸ਼ ਮਿਲਦੇ ਨੇ। ਤੇ ਅਸਾਂ ਦਾ ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖ ਕਹਿਲਵਾਉਂਦੇ ਹਾਂ, ਸਾਡਾ ਧਰਮ ਹੈ ਕਿ ਅਸੀਂ ਗੁਰੂ ਕੇ ਉਪਦੇਸ਼ ਨੂੰ ਤੇ ਗੁਰੂ ਕੇ ਆਦੇਸ਼ ਨੂੰ ਸਮਝੀਏ, ਮੰਨੀਏ ਤੇ ਆਪਣੇ ਜੀਵਨ ਵਿੱਚ ਕਮਾਉਣ ਦਾ ਯਤਨ ਕਰੀਏ। ਕਿਉਂਕਿ ਅੱਜ ਦਾ ਦਿਨ ਸਾਡੇ ਸਿੱਖ ਇਤਿਹਾਸ ਦਾ ਇੱਕ ਵਿਸ਼ਾਲ ਵੱਡਾ ਦਿਨ ਹੈ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਸਾਰਾ ਜਗਤ ਮਨਾ ਰਿਹਾ ਹੈ। ਜਿੱਥੇ ਕਿਤੇ ਵੀ ਜਗਤ ਗੁਰੂ
ਗੁਰੂ ਨਾਨਕ ਸਾਹਿਬ ਜੀ ਦਾ ਨਾਂ ਲੈਣ ਵਾਲਾ, ਬਾਣੀ ਪੜ੍ਹਨ ਵਾਲਾ ਕਿਤੇ ਵੀ ਬੈਠਾ ਹੈ, ਉਹਦਾ ਅੱਜ ਧਿਆਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਭਾਵੇਂ ਇਲੈਕਟ੍ਰੋਨਿਕ ਮੀਡੀਆ ਦੇ ਰਾਹੀਂ, ਭਗਤੀ ਦੇ ਰਾਹੀਂ, ਪਿਆਰ ਦੇ ਰਾਹੀਂ, ਜਪ ਦੇ ਰਾਹੀਂ ਦਰਬਾਰ ਸਾਹਿਬ ਨਾਲ ਅਟੈਚ ਹੈ। ਜਿਤਨਾ ਕੁ ਉਹ ਕੋਸ਼ਿਸ਼ ਕਰ ਰਿਹਾ ਹੈ, ਕਰ ਸਕਦਾ ਹੈ, ਬਾਣੀ ਪੜ੍ਹਦਾ ਹੈ, ਗੁਰੂ ਕੇ ਪੁਰਬ ਨੂੰ ਮਨਾਉਣ ਦੀ ਖੁਸ਼ੀ ਸਾਂਝੀ ਕਰ ਰਿਹਾ ਹੈ। ਅਸੀਂ ਵੀ ਉਸੇ ਸਿਲਸਿਲੇ 'ਚ ਹਾਂ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਲੈਂਦਿਆਂ ਅੱਜ ਦਾ ਵਿਸ਼ੇਸ਼ ਦੀਵਾਨ ਸਜਿਆ। ਸਾਨੂੰ ਹਾਜ਼ਰ ਹੋਣ ਦਾ ਵਕਤ ਮਿਲੇ, ਸਾਡੇ ਭਾਗ ਨੇ, ਇਹ ਸਾਡੇ ਭਾਗ ਨੇ ਕਿ ਸਾਨੂੰ ਹਾਲ ਦੀ ਘੜੀ ਇਸ ਜੀਵਨ ਵਿੱਚ, ਇਸ ਜਨਮ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਬੈਠਣ ਦਾ ਵਕਤ ਮਿਲਿਆ। ਇਸ ਕਰਕੇ ਭਾਈ ਆਪ ਸਭ ਨੂੰ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ ਕਿ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਤੇ ਸਤਿਗੁਰ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਸਾਂਝੇ ਕਰ ਰਹੇ ਹਾਂ। ਇਹ ਸਮਾਂ ਸਾਨੂੰ ਭਾਗਾਂ ਕਰਕੇ ਮਿਲਿਆ। ਮਹਾਰਾਜ ਨੇ ਲਿਖ ਕੇ ਦਿੱਤਾ ਹੈ, ਬਿਨ ਭਾਗਾਂ ਸਤ ਸੰਗ ਨਾ ਲੱਭੈ। ਇੱਥੇ ਬੈਠ ਕੇ ਅਸਾਂ ਨੇ ਚੇਤਾ ਕਰਨਾ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਇੱਕ ਬਚਨ ਹੈ, ਪਹਿਲਾਂ ਆਪਣਾ ਸਾਂਝਾ ਕਰ ਹੀ ਲਵਾਂ। ਮੈਂ ਹਰ ਰੋਜ਼ ਲਗਭਗ ਸ਼੍ਰੀ ਮੁਖ ਵਾਕ ਦੀ ਗੱਲ ਕਰਦਾ ਹਾਂ ਕਿ ਹਰ ਸਿੱਖ ਨੂੰ ਚਾਹੀਦਾ ਹੈ ਸ਼੍ਰੀ ਮੁਖ ਵਾਕ ਨੂੰ ਜਿੱਥੇ ਪੜ੍ਹਦਾ ਹੀ ਨਹੀਂ, ਕੇਵਲ ਮੱਥਾ ਹੀ ਨਾ ਟੇਕੇ, ਉਹਨੂੰ ਸਮਝੇ ਤੇ ਸਮਝ ਕੇ ਆਪਣੇ ਜੀਵਨ ਵਿੱਚ ਤਬਦੀਲੀ ਲੈ ਕੇ ਆਵੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਇੱਕ ਵਿਚਾਰ, ਇੱਕ ਬਚਨ ਸਾਡੇ ਸਾਖੀਕਾਰਾਂ ਬਜ਼ੁਰਗਾਂ ਨੇ ਸੀਨਾ ਬਸੀਨਾ ਸਾਡੇ ਤੱਕ ਪੁੱਜੀ ਹੈ। ਉਹ ਅਕਸਰ ਗੁਰਸਿੱਖਾਂ ਨੂੰ ਇੱਕ ਗੱਲ ਕਹਿੰਦੇ ਹੁੰਦੇ, ਗੁਰਸਿੱਖੋ ਇੱਥੇ ਆਏ ਹੋ ਨਾ, ਜਿਵੇਂ ਅੱਜ ਸਾਨੂੰ ਕੋਈ ਸਿਆਣਾ ਮਿਲ ਜਾਏ ਤੇ ਗੁਰਦੁਆਰੇ ਆਏ ਹੋ ਨਾ, ਅਸੀਂ ਕਹਾਂਗੇ ਹਾਂ ਬਾਬਾ ਆਏ ਹਾਂ। ਕਿਉਂ ਆਏ ਹੋ? ਅਸੀਂ ਕਹਾਂਗੇ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ, ਖੁਸ਼ੀਆਂ ਨੇ, ਸੰਗਤ ਇਕੱਤਰ ਹੋਈ ਹੈ, ਕਥਾ ਕੀਰਤਨ ਹੈ, ਲੰਗਰ ਨੇ, ਖੁਸ਼ੀਆਂ ਰੌਣਕਾਂ ਨੇ। ਅਸੀਂ ਵੀ ਖੁਸ਼ੀਆਂ ਤੇ ਰੌਣਕਾਂ 'ਚ ਸ਼ਾਮਲ ਹੋਣ ਲਈ ਆਏ ਹਾਂ, ਖੁਸ਼ੀਆਂ ਕਰ ਰਹੇ ਹਾਂ। ਅੱਛਾ, ਤੁਹਾਡੇ ਗੁਰੂ ਨੇ ਤੁਹਾਨੂੰ ਕੀ ਕਿਹਾ ਹੈ? ਅਗਰ ਕੋਈ ਸਿਆਣਾ ਪੁੱਛ ਲਏ, ਇੱਥੋਂ ਉੱਠ ਕੇ ਮੱਥਾ ਟੇਕ ਕੇ ਬਾਹਰ ਜਾਓਗੇ ਤੇ ਗੁਰਦੁਆਰੇ ਆਏ ਹੋ? ਹਾਂਜੀ। ਗੁਰ ਕਹੈਂ ਕਿਆ? ਚੌਥੇ ਪਾਤਸ਼ਾਹ ਦਾ ਬਚਨ ਜੋ ਸਾਨੂੰ ਵਾਰਤਕ ਸਾਖੀਆਂ 'ਚ ਮਿਲਦਾ ਹੈ, ਗੁਰ ਕਹੈਂ ਕਿਆ, ਗੁਰੂ ਕੀ ਕਹਿ ਰਹੇ ਨੇ? ਜਿਨਕਾ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਜਿਨ੍ਹਾਂ ਦਾ ਦਿਨ ਮਨਾਉਣ ਲਈ ਬੈਠੇ ਹੋ, ਕਹਿੰਦੇ ਕੀ ਨੇ? ਗੁਰ ਕਹੈਂ ਕਿਆ। ਚਲੋ ਥੋੜਾ ਬਹੁਤਾ ਅਸੀਂ ਕਹਿਦੇ ਨੇ, ਬਾਣੀ 'ਚ ਕਹਿੰਦੇ ਨੇ ਗੁਰੂ। ਇੱਕ ਬੇਨਤੀ ਮੈਂ ਅਕਸਰ ਕਰਦਾ, ਅੱਜ ਵੀ ਕਰਦੇ ਆ, ਮੱਥਾ ਟੇਕਣ ਤੋਂ ਪਹਿਲਾਂ ਆਪਾਂ ਬਾਹਰ ਦੀਵਾਰ ਤੇ ਇੱਕ ਬੋਰਡ ਪੜ੍ਹਦੇ ਹੁੰਦੇ ਆ। ਉਹ ਦੀਵਾਰ ਦੀ ਸਜਾਵਟ ਲਈ ਨਹੀਂ ਹੈ, ਸਾਡੇ ਇੱਥੇ ਵੀ ਹੈ, ਜਿੱਥੇ ਵੀ ਕਿਤੇ ਗੁਰਦੁਆਰਾ ਸਾਹਿਬਾਨ ਹੈ ਉੱਥੇ ਹੀ ਹੈ। ਦਰਬਾਰ ਸਾਹਿਬ ਵੀ ਲਗਭਗ 4 ਸਫੇਰੇ ਦਰਵਾਜ਼ਿਆਂ ਦੇ ਜਿੱਥੇ ਵੀ ਜੋੜਾ ਕਰ, ਗਠੜੀ ਕਰ, ਕਿਤੇ ਨਾ ਕਿਤੇ ਉੱਥੇ ਕੁਝ ਬੋਰਡ ਲੱਗੇ ਨੇ ਕਿ ਸਜਾਵਟ ਲਈ ਲੱਗੇ ਨੇ। ਇਹ ਬੋਰਡ ਕੀ ਸਜਾਵਟ ਲਈ ਲਾਏ ਨੇ? ਤੇ ਜਵਾਬ ਹੈ ਨਹੀਂ, ਇਹ ਬੋਰਡ ਸਜਾਵਟ ਲਈ ਨਹੀਂ ਹੈ, ਇਹ ਬੋਰਡ ਸਾਡੇ ਲਈ ਹੈ। ਭਾਈ ਗੁਰਸਿੱਖੋ ਆਏ ਹੋ, ਆ ਗੁਰੂ ਨੇ ਅੱਜ ਸੁਨੇਹਾ ਦਿੱਤਾ ਹੈ, ਪੜ੍ਹ ਕੇ ਜਾਇਓ, ਸਮਝ ਕੇ ਜਾਇਓ ਤੇ ਇਸ ਨੂੰ ਕਮਾਉਣ ਦਾ ਯਤਨ ਕਰਿਓ। ਸਤਿਗੁਰੂ ਕਹਿਣ ਲੱਗੇ ਸੰਗਤ ਵਿੱਚ ਆਏ ਹੋ ਨਾ? ਹਾਂਜੀ ਆਏ। ਫਿਰ ਚੇਤਾ ਰੱਖਿਓ, ਗੁਰ ਕਹੈਂ ਕਿਆ, ਗੁਰੂ ਕੀ ਕਹਿ ਰਹੇ ਨੇ। ਇੱਥੇ ਆ ਕੇ ਤੁਸੀਂ ਕੁਝ ਨਾ ਕਹਿਓ, ਇੱਕ ਚੇਤਾ ਰੱਖਣਾ, ਸੰਗਤ ਵਿੱਚ ਆ ਕੇ ਸਾਨੂੰ ਕੁਝ ਕਹਿਣ ਦਾ ਅਖਤਿਆਰ ਨਹੀਂ ਜੇ। ਮੈਨੂੰ ਗੱਲਾਂ ਕਰਨ ਦਾ ਵੀ ਹੱਕ ਨਹੀਂ ਹੈ। ਜੇ ਅਸੀਂ ਸੁਣ ਸਕੀਏ, ਸਮਝ ਸਕੀਏ, ਗੁਰੂ ਦਰਬਾਰ ਵਿੱਚ ਬੈਠ ਕੇ ਗੱਲਾਂ ਕਰਨ ਦਾ, ਸਾਨੂੰ ਆਪਣੀਆਂ ਬਾਤਾਂ ਕਰਨ ਦਾ ਕੋਈ ਹੱਕ ਨਹੀਂ ਜੇ। ਫਿਰ ਕੀ ਕਰਨਾ ਹੈ? ਗੁਰ ਕਹਿਆ ਸਾਕਾਰ ਕਮਾਵੋ। ਜੋ ਗੁਰੂ ਕਹਿ ਰਹੇ ਨੇ ਉਹ ਕਰੋ।
ਤੇ ਗੁਰੂ ਕੀ ਕਹਿ ਰਹੇ ਨੇ, ਬਸ ਇਹ ਧਿਆਨ ਕਰਨਾ। ਗੁਰ ਕਹੈ ਕਿਆ, ਇੱਕ ਚੇਤਾ ਰੱਖਿਓ, ਗੁਰ ਕੀ ਕਹਿ ਰਹੇ ਨੇ। ਫਿਰ ਦੂਜਾ ਬਚਨ ਨਾਲ ਕਹਿੰਦੇ, ਜਦ ਆਪਣੇ ਵੱਲ ਧਿਆਨ ਪਾ ਕੇ ਕਰਿਓ, ਹਮ ਕਰੈ ਕਿਆ, ਮੈਂ ਕੀ ਕਰ ਰਿਹਾ। ਗੁਰੂ ਕੀ ਕਹਿ ਰਹੇ ਨੇ ਤੇ ਮੈਂ ਕੀ ਕਰ ਰਿਹਾ ਹਾਂ, ਕਿ ਮੇਰਾ ਕਰਨਾ ਤੇ ਗੁਰੂ ਕਾ ਕਹਿਣਾ ਇੱਕ ਤਾਲਮੇਲ ਬੈਠਦਾ ਹੈ। ਜੇ ਤੇ ਇਹ ਤਾਲਮੇਲ ਬੈਠ ਜਾਏ ਫਿਰ ਸਾਡਾ ਆਉਣਾ ਸਫਲ ਹੈ, ਫਿਰ ਤੇ ਆਪਾਂ ਜੀਵਨ 'ਚ ਤਰੱਕੀ ਕਰਾਂਗੇ। ਤੇ ਜੇ ਗੁਰੂ ਕਾ ਕਹਿਣਾ ਤੇ ਸਾਡਾ ਕਰਨਾ ਅਲੱਗ-ਅਲੱਗ ਹੋ ਗਿਆ ਤੇ ਫਿਰ ਆਪਾਂ ਖਟਾਂਗੇ ਕੀ, ਫਿਰ ਕੀ ਕਮਾਵਾਂਗੇ। ਕਿਉਂਕਿ ਅਸੀਂ ਤੇ ਉਹੀ ਕਰਨਾ ਚਾਹੀਏ ਜੋ ਗੁਰੂ ਕਹਿ ਰਹੇ ਨੇ, ਤੇ ਭਾਈ ਅਸਾਂ ਇਹ ਕਰਨਾ ਹੈ। ਆ ਗੁਰਪੁਰਬ ਮਨਾਉਣ ਦਾ ਮਤਲਬ ਕੇਵਲ ਲਾਈਟਿੰਗ ਵੇਖ ਕੇ ਚਲੇ ਜਾਣਾ ਨਹੀਂ ਹੈ, ਵੀ ਲੰਗਰ 'ਚ ਕੀ ਕੀ ਬਣਿਆ ਇਹ ਪੁੱਛ ਕੇ ਖਾ ਕੇ ਚਲੇ ਜਾਣਾ ਨਹੀਂ ਹੈ। ਇੱਥੇ ਆ ਕੇ ਬਾਣੀ ਨੂੰ ਪੜ੍ਹਨਾ ਤੇ ਸਮਝਣਾ ਹੈ, ਗੁਰ ਕਹੈ ਕਿਆ, ਗੁਰ ਕੀ ਕਹਿ ਰਹੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜ਼ਿੰਦਗੀ ਦੇ ਬਹੁਤ ਵੱਡੇ ਵੱਡੇ ਬਚਨ, ਅਸੂਲ ਸਾਡੇ ਨਾਲ ਬਾਣੀ ਦੇ ਸਦਕੇ ਸਾਂਝੇ ਕੀਤੇ ਨੇ। ਗੁਰਦੇਵ ਕਿਰਪਾ ਕਰਨ ਅਸੀਂ ਉਹਨਾਂ ਚੋਂ ਕੁਝ ਗੱਲਾਂ ਹੀ, ਇੱਕ ਅੱਧੀ ਗੱਲ ਹੀ ਕਿਤੇ ਪੱਲੇ ਬੰਨ੍ਹ ਲਈਏ ਤੇ ਜ਼ਿੰਦਗੀ 'ਚ ਤਰੱਕੀ ਹੋ ਜਾਂਦੀ ਹੈ। ਅੱਜ ਆਪ ਜੀ ਨਾਲ ਕੋਈ ਦਾਰਸ਼ਨਿਕਤਾ ਦੀ ਇੱਕ ਗੱਲ ਸ਼ੇਅਰ ਕਰਦਾ। ਸੰਸਾਰ ਦੇ ਗਿਆਨੀਆਂ ਨੇ ਅਧਿਆਤਮਿਕ ਜੀਵਨ ਦੀ ਤੇ ਸਮਾਜਿਕ ਜੀਵਨ ਦੀ ਸਫਲਤਾ ਦੇ 4 ਪਾਇਦਾਨ ਮੰਨੇ ਨੇ। ਉਹਨਾਂ ਨੇ 4 ਪਾਇਦਾਨ ਮੰਨੇ, ਜਿਨ੍ਹਾਂ ਦਾ ਜ਼ਿਕਰ ਗੁਰਬਾਣੀ 'ਚ 1-2 ਥਾਂ ਤੇ ਕੀਤਾ ਹੈ। ਆਪ ਜੀ ਪੜ੍ਹਦੇ ਹੋਗੇ ਸ੍ਰੀ ਸੁਖਮਨੀ ਸਾਹਿਬ ਦੀ 4 ਪਦਾਰਥ ਜੇ ਕੋ ਮੰਗੈ। ਅਸੀਂ 4 ਪਦਾਰਥਾਂ ਦਾ ਜ਼ਿਕਰ ਕਿਤੇ ਨਾ ਕਿਤੇ ਪੜ੍ਹਦੇ ਰਹਿੰਦੇ ਹਾਂ ਤੇ ਕਿਸੇ ਨਾ ਕਿਸੇ ਰੂਪ 'ਚ ਉਹਦੀ ਵਿਆਖਿਆ ਵੀ ਕਰਦੇ ਰਹਿੰਦੇ ਹਾਂ। ਬਿਲਾਵਲ ਵਿੱਚ ਜ਼ਿਕਰ ਵੀ ਮਿਲਦਾ ਹੈ, ਧਰਮ ਅਰਥ ਕਾਮ ਮੋਖ ਕਾ ਦਾਤਾ। ਗੁਰੂ ਨੇ ਇਹ 4 ਪਦਾਰਥ ਦਿੰਦੇ ਨੇ। ਇਹਦੇ ਨਾਲ ਨਾਲ ਗਿਆਨੀਆਂ ਨੇ 4 ਸਟੈਪ ਮੰਨੇ ਨੇ, ਜਿਨ੍ਹਾਂ ਦੇ ਸਦਕੇ ਅਸੀਂ ਆਪਣੇ ਗੁਰੂ ਤੱਕ ਪਹੁੰਚ ਕਰਨੀ ਹੈ। ਤੇ ਸਮਾਜਿਕਤਾ ਦੀ ਗੱਲ ਹੈ ਤੇ ਰੂਹਾਨੀਅਤ ਦੇ ਮੰਡਲ ਤੇ ਕਿਹੜੇ ਮਾਰਗ 'ਚ 4 ਸਟੈਪ ਨੇ। ਰੂਹਾਨੀਅਤ ਦੇ ਮੰਡਲ ਦੇ ਲੋਕਾਂ ਨੇ, ਗਿਆਨੀਆਂ ਨੇ ਮੰਨੇ ਨੇ ਭਗਤੀ, ਗਿਆਨ, ਬੈਰਾਗ ਅਤੇ ਯੋਗ। ਭਾਵੇਂ ਕਿਸੇ ਵੀ ਅਧਿਆਤਮਿਕ ਮੰਡਲ 'ਚ ਪ੍ਰਵੇਸ਼ ਕਰਦੇ ਹੋ, ਤੁਸੀਂ ਕਿਸੇ ਵੀ ਧਰਮ ਨਾਲ ਜੁੜੇ ਹੋ, ਕਿਸੇ ਵੀ ਸੰਪਰਦਾ ਵਿੱਚ ਨਿਵਾਸ ਕਰਦੇ ਹੋ, ਇਹ 4 ਐਸੇ ਸਟੈਪ ਨੇ, 4 ਐਸੇ ਕਰਮ ਨੇ, 4 ਐਸੀਆਂ ਗੱਲਾਂ ਨੇ ਜੋ ਸਾਰਿਆਂ ਨੂੰ ਕਰਨੀਆਂ ਚਾਹੀਏ ਤੇ ਕਰਨੀਆਂ ਪੈਂਦੀਆਂ ਨੇ। ਇਹਨਾਂ ਤੋਂ ਬਿਨਾਂ ਤਰੱਕੀ ਵੀ ਨਹੀਂ ਹੁੰਦੀ। ਸਭ ਤੋਂ ਪਹਿਲਾਂ ਲੋਕ ਕਹਿੰਦੇ ਨੇ ਭਗਤੀ ਕਰਨੀ ਚਾਹੀਦੀ ਹੈ। ਭਗਤੀ ਆ ਸੰਸਾਰ 'ਚ ਭਾਵੇਂ ਕੋਈ ਰਾਮ ਰਾਮ ਕਹੇ, ਭਾਵੇਂ ਕੋਈ ਵਾਹਿਗੁਰੂ ਵਾਹਿਗੁਰੂ ਕਵੇ, ਭਾਵੇਂ ਕੋਈ ਨਮਾਜ਼ ਪੜ੍ਹੇ, ਭਾਵੇਂ ਕੋਈ ਹੋਰ ਤਰੀਕੇ ਜਿੰਨੇ ਵੀ ਧਰਮਾਂ ਦੇ ਮੰਨੇ ਉਲੀਕੇ ਗਏ ਹੋਣ, ਕੁਛ ਵੀ ਕਰਦਾ ਤੇ ਅਸੀਂ ਕਿਹਨੇ ਭਗਤੀ ਕਰਦਾ। ਕਿਉਂਕਿ ਭਗਤੀ ਤੋਂ ਬਿਨਾਂ ਅਸੀਂ ਸਾਰੇ ਮੰਨਦੇ ਹਾਂ, ਗੱਲ ਬਣਦੀ ਕੋਈ ਨਹੀਂ। ਭਗਤੀ ਨੂੰ ਗੁਰੂ ਰਾਮਦਾਸ ਮਹਾਰਾਜ ਨੇ ਕਿਸ ਨਜ਼ਰੀਏ ਦੇ ਨਾਲ ਐਕਸਪਲੇਨ ਕੀਤਾ। ਕਦੇ ਕਦੇ ਆਪਾਂ ਇਸ ਨੂੰ ਠਹਿਰ ਕੇ ਸਮਝੀਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਇੱਕ ਬਾਣੀ ਹੈ ਲਾਵਾਂ, ਅਕਸਰ ਸਾਡੇ ਵਿਆਹਾਂ ਦੇ ਸਮਾਗਮਾਂ ਤੇ ਪੜ੍ਹੀ ਜਾਂਦੀ ਹੈ। ਅਸੀਂ ਰਸਮ ਦੇ ਵਿੱਚ ਉਸ ਨੂੰ ਪੜ੍ਹ ਕੇ ਲੰਘ ਜਾਂਦੇ ਵੀ ਠੀਕ ਹੈ, ਵਿਆਹ ਦੀ ਰਸਮ ਹੋ ਰਹੀ ਹੈ, ਤੇ ਸ਼ਾਇਦ ਰਸਮ ਨਿਭਾਉਣ ਦੇ ਵਕਤ ਹੀ ਪੜ੍ਹੀ ਜਾਂਦੀ ਹੋਏਗੀ। ਚੇਤਾ ਰੱਖਣਾ, ਗੁਰਬਾਣੀ ਕੋਈ ਰਸਮਾਂ ਨਿਭਾਉਣ ਲਈ ਨਹੀਂ ਹੈ। ਇਹ ਕੋਈ ਇਹੋ ਜਿਹੇ ਮੰਤਰ ਨਹੀਂ ਗੇ ਕਿ ਮੰਤਰ ਪੜ੍ਹ ਕੇ ਰਸਮਾਂ ਨਿਭਾ ਲਈਏ। ਇਹ ਠੀਕ ਹੈ ਕਿ ਜਦੋਂ ਅਸੀਂ, ਸਾਡੇ ਸਿਆਣਿਆਂ ਨੇ ਸਿਸਟਮ ਨਾਲ ਮੇਨਟੇਨੈਂਸ ਕੀਤੀ ਹੈ ਤੇ ਇਹ ਜੀਵਨ ਦੀਆਂ ਕੁਝ ਜੁਗਤਾਂ ਸਾਨੂੰ ਉੱਥੇ ਸਥਾਪਿਤ ਕੀਤੀਆਂ ਨੇ। ਜਿਸ ਨੂੰ ਹੋਰ ਸਮਝਣਾ ਹੋਵੇ, ਅੱਜ ਅਕਸਰ ਇੱਕ ਕਹਾਣੀ ਸਾਖੀ ਦੇ ਰੂਪ ਵਿੱਚ ਆਪਾਂ ਕਈ ਵਾਰ ਸੁਣੀ ਹੋਣੀ ਆ ਕਿ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ 7 ਕੁ ਵਰ੍ਹਿਆਂ ਦੇ ਯਤੀਮ ਹੋ ਗਏ ਸਨ, ਮਾਤਾ ਪਿਤਾ ਚਲਾਣਾ ਕਰ ਗਏ ਨੇ, ਯਤੀਮ ਹੋ ਗਏ ਸਨ, ਲਾਹੌਰ ਵਿੱਚ ਰਹਿੰਦੇ ਨੇ। ਹੁਣ ਯਤੀਮ ਦਾ ਤੇ ਕੋਈ ਨਹੀਂ ਹੁੰਦਾ ਨਾ, ਇਸੇ ਕਰਕੇ ਸ਼ਾਇਦ ਜਿਹੜੇ ਆਪ ਸਾਖੀਆਂ ਇਤਿਹਾਸ ਪੜ੍ਹਨ ਸੁਣਨ ਵਾਲੇ ਹੋ, ਕਦੇ ਸੁਣਿਆ ਜੇ
ਰਾਮਦਾਸ ਸਤਿਗੁਰ ਦੀ ਕਿਸੇ ਭੂਆ ਦਾ ਜ਼ਿਕਰ, ਰਾਮਦਾਸ ਸਤਿਗੁਰ ਦੇ ਕਿਸੇ ਚਾਚੇ ਦਾ ਜ਼ਿਕਰ, ਰਾਮਦਾਸ ਸਤਿਗੁਰ ਦੇ ਕਿਸੇ ਤਾਏ ਦਾ, ਕਿਸੇ ਕਜ਼ਨ, ਪਿਤਾ ਜੀ ਦੇ ਕਜ਼ਨ ਚਾਚੇ ਤਾਏ ਦਾ ਕਿਸੇ ਦਾ ਜ਼ਿਕਰ ਨਹੀਂ, ਕਿਉਂਕਿ ਯਤੀਮ ਦੀ ਕੋਈ ਬਾਹ ਨਹੀਂ ਜੇ ਪੜਦਾ, ਅਨਾਥ ਦੀ ਕੋਈ ਬਾਹ ਨਹੀਂ ਜੇ ਪੜਦਾ। ਨਾਨੀ ਦਾ ਜ਼ਿਕਰ ਇਤਿਹਾਸ ਵਿੱਚ ਹੈ, ਕਿਸੇ ਮਾਮੇ ਦਾ, ਕਿਸੇ ਮਾਸੀ ਦਾ ਅਸਾਂ ਤੇ ਅੱਜ ਤੱਕ ਨਹੀਂ ਪੜਿਆ। ਨਾ ਕਿਸੇ ਭੂਆ ਦਾ ਜ਼ਿਕਰ ਹੈ, ਨਾ ਕਿਸੇ ਮਾਸੀ ਦਾ ਜ਼ਿਕਰ ਹੈ। ਇਹ ਰਿਸ਼ਤੇ 'ਚ ਨਜ਼ਦੀਕੀ ਰਿਸ਼ਤੇ ਹੁੰਦੇ ਨੇ। ਨਾ ਕਿਸੇ ਚਾਚੇ ਤਾਏ ਦਾ ਜ਼ਿਕਰ ਹੈ, ਨਾ ਕਿਸੇ ਮਾਸੜ ਦਾ ਜ਼ਿਕਰ ਹੈ, ਨਾ ਕਿਸੇ ਮਾਮੇ ਦਾ ਜ਼ਿਕਰ ਹੈ। ਪਤਾ ਕਿਉਂ? ਜਦੋਂ ਕੋਈ ਅਨਾਥ ਹੋ ਜਾਂਦਾ ਨਾ, ਸਭ ਕਿਨਾਰਾ ਵੱਟ ਲੈਂਦੇ ਨੇ। ਅੱਗੇ ਜਾ ਕੇ ਧੰਨ ਗੁਰੂ ਤੇਗ ਬਚਨ ਪੜ੍ਹਦੇ ਹੋਣੇ ਨਾ ਕਿ ਸੁੱਖ ਵਿੱਚ ਆ ਕੇ ਸਭ ਕੋਲ ਬਹਿ ਜਾਂਦੇ ਨੇ, ਜਦੋਂ ਦੁੱਖ ਪੈ ਜਾਏ ਸਭ ਮੂੰਹ ਵੱਟ ਲੈਂਦੇ ਨੇ। ਹੋਣਗੇ, ਅਸੀਂ ਇਹ ਨਹੀਂ ਕਹਿੰਦੇ ਕਿ ਕੋਈ ਨਹੀਂ ਹੋਏਗਾ, ਪਰ ਕਿਸੇ ਨੇ ਬਾਹ ਨਹੀਂ ਫੜੀ। ਫਿਰ ਬਾਹ ਕਿਹਨੇ ਫੜੀ ਹੈ? ਨਾਨੀ ਨੇ। ਤੇ ਕੀ ਨਾਨੀ ਅਮੀਰ ਹੈ? ਅੱਜ ਤੱਕ ਜਿਹੜੇ ਮੇਰੇ ਤੋਂ ਵੱਡੇ ਨੇ ਤੇ ਬਹੁਤਾ ਪੜ੍ਹਨ ਲਿਖਣ ਵਾਲੇ ਹੋ, ਨਾਨੀ ਦਾ ਗੁਜ਼ਾਰਾ ਵੀ ਇੰਨਾ ਨਹੀਂ ਚੱਲਦਾ ਕਿ ਉਹ ਆਪਣੇ ਦੋਹਤੇ ਨੂੰ ਬਿਠਾ ਕੇ ਰੋਟੀ ਖਵਾ ਸਕੇ, ਕਿਸੇ ਸਕੂਲੇ ਪੜ੍ਹਨੇ ਪਾ ਦੇਵੇ, ਕਿਸੇ ਵਿਦਿਆਲੇ ਦੇ ਵਿੱਚ, ਕਿਸੇ ਪਾਠਸ਼ਾਲਾ 'ਚ, ਕਿਸੇ ਪਾਂਧੇ ਕੋ। ਉਸ ਵਕਤ ਤੇ ਵਿਦਿਆਲੇ ਇੱਦਾਂ ਦੇ ਸੀ ਨਾ ਕਿ ਪਾਂਧਿਆਂ ਨੇ ਵਿਦਿਆਲੇ ਬਣਾਏ ਹੁੰਦੇ, ਮਦਰਸੇ ਹੁੰਦੇ। ਪਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਉਹ ਵੀ ਪ੍ਰਾਪਤ ਨਹੀਂ। ਨਾਨੀ ਦੇ ਕੋਲ ਵੀ ਇੰਨਾ ਕੀ ਹੈ ਕਿ ਕਹਿੰਦੀ, ਬੇਟਾ ਮੈਂ ਕੁਝ ਛੋਲੇ ਬਾਲ ਦੇਣੀ ਆ, ਘੁੰਗਣੀਆਂ ਬਣਾ ਦੇਣੀ, ਵੇਚ ਵਟਿਆ। ਤੇ 10 ਕੁ ਵਰ੍ਹਿਆਂ ਤੱਕ ਦੀ ਉਮਰ ਦੇ ਵਿੱਚ ਇਹ ਬਾਲਕ ਜੋ ਬਾਜ਼ਾਰ 'ਚ ਘੁੰਗਣੀਆਂ ਵੇਚਦਾ ਹੋਵੇ, ਤੇ ਅੰਦਾਜ਼ਾ ਆਪੇ ਲੱਗ ਜਾਂਦਾ ਕਿ ਉਹਦੇ ਮਾਪੇ ਕਿੰਨੇ ਕੁ ਅਮੀਰ ਹੋਣਗੇ, ਉਹਦੇ ਆਲੇ ਦੁਆਲੇ ਉਹਦੀ ਰੋਜ਼ੀ ਰੋਟੀ ਦਾ ਕਿੰਨਾ ਕੁ ਚੰਗਾ ਪ੍ਰਬੰਧ ਹੋਵੇਗਾ। ਜਿਹੜਾ ਬੱਚਾ ਘੁੰਗਣੀਆਂ ਵੇਚਣ ਜਾਂਦਾ ਹੈ ਤੇ ਘੁੰਗਣੀਆਂ ਵੇਚ ਕੇ ਲਿਆ ਕੇ ਸ਼ਾਮ ਦੀ ਰੋਟੀ ਦਾ ਪ੍ਰਬੰਧ ਕਰਦਾ ਹੈ, ਸ਼ਾਇਦ ਇਸੇ ਕਰਕੇ ਅੱਗੇ ਜਾ ਕੇ ਇੱਕ ਬਚਨ, ਹਮ ਰੁਲਤੇ ਫਿਰਤੇ। ਧੰਨ ਗੁਰੂ ਰਾਮਦਾਸ ਮਹਾਰਾਜ ਨੇ, ਜਿਨ੍ਹਾਂ ਨੇ ਕੋਈ ਇਤਿਹਾਸ ਦੀਆਂ ਘਟਨਾਵਾਂ ਦਾ ਜ਼ਿਕਰ ਵੀ ਪਾਵਨ ਬਾਣੀ 'ਚ ਕੀਤਾ ਹੈ, ਤੇ ਆਪਣੇ ਆਲੇ ਦੁਆਲੇ ਦੀ ਕਠੋਰ ਸੱਚਾਈਆਂ ਦਾ ਜ਼ਿਕਰ ਵੀ ਪਾਵਨ ਬਾਣੀ 'ਚ ਕੀਤਾ ਹੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਇਹ ਵਿਰਾਗ ਪੈਦਾ ਹੁੰਦਾ ਹੈ। ਆ ਕਦੇ ਕਦੇ ਬਾਣੀ ਪੜ੍ਹਨ ਵਾਲੇ ਅਸੀਂ ਗਿਆਨ ਦੇ ਪਹਿਲੇ ਪੈਰ 'ਚ ਖਲੋ ਕੇ ਕਹਿੰਦੇ ਆ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੈਰਾਗਮਈ ਹੈ। ਯਾਦ ਰੱਖਣਾ, ਧੰਨ ਗੁਰੂ ਤੇਗ ਬਹਾਦਰ ਦੀ ਬਾਣੀ ਗਿਆਨਮਈ ਹੈ। ਜ਼ਿੰਦਗੀ ਦੇ ਗਿਆਨ ਦੱਸਦੀ ਹੈ, ਜ਼ਿੰਦਗੀ ਦੀ ਸੱਚਾਈ ਅੰਤਲੀ ਦੱਸਦੀ ਹੈ, ਗਿਆਨ ਹੈ। ਵੈਰਾਗ ਹੁੰਦਾ ਜਿਹਨੂੰ ਪੜ੍ਹ ਕੇ ਮੱਲੋ ਮੱਲੀ ਗੱਚ ਭਰ ਜਾਏ, ਮੱਲੋ ਮੱਲੀ ਅੱਖਾਂ ਨੀਰ ਵਗਣ ਲੱਗ ਪਵੇ, ਜਰਾ ਕਿਸੇ ਸ਼ਬਦ ਨੂੰ ਗਹਿਰੀ ਸਮਝਣਾ ਕਿ 10 ਕੁ ਵਰ੍ਹਿਆਂ ਦਾ ਬਾਲਕ, ਕੋਈ ਸਿਰ ਤੇ ਹੱਥ ਧਰਨ ਵਾਲਾ ਨਹੀਂ, ਘੁੰਗਣੀਆਂ ਲੈ ਕੇ ਦੁਪਹਿਰੇ, ਸਿਖਰ ਦੁਪਹਿਰੇ ਕਿਸੇ ਸੜਕ ਦੇ ਕੰਢੇ, ਕਿਸੇ ਬਾਗ ਦੇ ਕਿਨਾਰੇ ਬੈਠਾ ਹੈ। ਇਸ ਉਡੀਕ ਵਿੱਚ ਕੋਈ ਗਾਹਕ ਆਏਗਾ, 2 ਮੁੱਠੀਆਂ ਛੋਲੇ ਘੁੰਗਣੀਆਂ ਖਰੀਦੇਗਾ ਤੇ 2 ਪੈਸੇ ਦੀ ਵਟਤ ਹੋਏਗੀ, ਤੇ ਉਹਦੇ ਨਾਲ ਮੇਰਾ ਤੇ ਮੇਰੀ ਨਾਨੀ ਦੇ ਗੁਜ਼ਾਰਾ ਖਾਣ ਦਾ ਚੱਲੇਗਾ। ਹਮ ਰੁਲਤੇ ਫਿਰਤੇ। ਜਦੋਂ ਇਸ ਨੁਕਤੇ ਨੂੰ ਕਿਤੇ ਗੌਰ ਨਾ ਪੜ੍ਹੀਏ ਤੇ ਆਪਣੇ ਆਪ ਗੱਚ ਭਰ ਜਾਂਦਾ। ਇਹ ਧੰਨ ਗੁਰੂ ਰਾਮਦਾਸ ਐਸਾ ਜੀਵਨ ਦਾ ਦੌਰ ਵੀ ਤੁਸਾਂ ਵੇਖਿਆ, ਐਸਾ ਵੀ ਕਿਤੇ ਹੋਇਆ। ਅਸੀਂ ਕਹਿੰਦੇ ਰੱਬ ਕਰੇ ਐਸਾ ਕਿਸੇ ਦੁਸ਼ਮਣ ਦੇ ਬੱਚੇ ਨੂੰ ਵੀ ਐਸਾ ਨਾ ਮਿਲੇ ਵੀ ਉਸ ਨੂੰ ਵਿਚਾਰੇ ਨੂੰ 10-12 ਸਾਲ ਦੇ ਬੱਚੇ ਨੂੰ ਰੋਜੀ ਕੋਟੀ ਕਮਾਉਣ ਵਾਸਤੇ ਸੜਕਾਂ ਤੇ ਰੁਲਣਾ ਪਏ। ਖੈਰ, 10 ਕੁ ਵਰ੍ਹਿਆਂ ਦੇ ਬਾਲਕੇ ਨੇ ਘੁੰਗਣੀਆਂ ਵੇਚਣੀਆਂ ਸ਼ੁਰੂ ਕੀਤੀਆਂ ਨੇ। 7 ਵਰ੍ਹਿਆਂ 'ਚ ਯਤੀਮ ਹੋ ਗਏ ਸਨ। ਕੁਝ ਸਮਾਂ ਜਿਹਦੇ ਵਿੱਚੋਂ ਲਗਭਗ 10 ਕੁ ਸਾਲ ਦਾ ਸਮਾਂ ਗੈਪ ਹੈ, ਇਹਨਾਂ ਘੁੰਗਣੀਆਂ ਵੇਚੀਆਂ ਨੇ, ਜਿਹਦਾ ਜ਼ਿਕਰ ਅਸੀਂ ਇਤਿਹਾਸ ਬਹੁਤ ਨਹੀਂ ਕਰਦੇ ਕਿਉਂਕਿ ਅਸੀਂ ਤੇ ਕੁਝ ਚੁਣਿੰਦਾ ਗੱਲਾਂ ਕਰਕੇ ਲੰਘ ਜਾਂਦੇ ਹਾਂ। 10 ਸਾਲ, ਲਗਭਗ 7 ਸਾਲ ਦੀ ਉਮਰ ਤੋਂ ਲੈ ਕੇ 17 ਸਾਲ ਦੀ ਉਮਰ ਦੇ ਦਰਮਿਆਨ ਤੱਕ ਇਹਨਾਂ ਨੇ ਆਲੇ ਦੁਆਲੇ ਜਿੱਥੇ ਕਿਤੇ ਥਾਂ ਮਿਲਿਆ ਘੁੰਗਣੀਆਂ ਵੇਚੀਆਂ ਨੇ। ਕੋਈ ਹੋਰ ਵਪਾਰ ਨਹੀਂ ਕਰ ਪਾਏ, ਕੋਈ ਹੋਰ ਅਮੀਰੀ ਦਾ ਸਾਧਨ ਨਹੀਂ। ਪੂੰਜੀ ਹੋਏਗੀ ਤੇ ਕੁਝ ਕਰੋਗੇ ਨਾ, ਪੂੰਜੀ ਨਹੀਂ ਹੈ। ਇਹਨਾਂ ਦਿਨਾਂ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਦੇਸ਼ ਦੇ ਕੇ
ਅਮਰਦਾਸ ਮਹਾਰਾਜ ਜੀ ਤੋਂ ਗੋਇੰਦਵਾਲ ਨਗਰ ਵਸਾਇਆ ਸੀ। ਇਹ ਉਹੀ ਦੌਰ ਹੈ ਜਦੋਂ ਗੋਇੰਦਵਾਲ ਨਗਰ ਵਸਿਆ। ਤੇ ਜਦੋਂ ਗੋਇੰਦਵਾਲ ਨਗਰ ਵਸ ਗਿਆ ਤੇ ਅਗਲਾ ਮਸਲਾ ਸੀ ਵੀ ਇਸ ਨਗਰ ਵਿੱਚ ਰਵੇ ਕੌਣ, ਕਿਉਂਕਿ ਜਿਹਦੀ ਭੋਏ ਮਾਲਕੀ ਉਹ ਤੇ ਇੱਕ ਪਰਿਵਾਰ ਹੋਏਗਾ ਨਾ, ਤੇ ਇੱਕ ਪਰਿਵਾਰ ਪੂਰੇ ਪਿੰਡ ਵਿੱਚ ਕਿੱਥੋਂ ਰਹਿ ਲੇਗਾ। ਆ ਕੇ ਗੁਰੂ ਅੰਗਦ ਦੇਵ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਬਾਜ਼ਾਰ ਬਣ ਗਿਆ ਹੈ, ਘਰ ਬਣ ਗਏ, ਕੁਝ ਧਰਮਸ਼ਾਲਾ ਦਾ ਟਿਕਾਣਾ ਇੰਤਜ਼ਾਮ ਹੋ ਗਿਆ, ਛੋਟਾ ਮੋਟਾ ਰਹਿਣ ਦਾ ਪ੍ਰਬੰਧ ਬਣ ਗਿਆ ਹੈ, ਪਰ ਰਹਿੰਦਾ ਕੋਈ ਨਹੀਂ, ਕਿਉਂਕਿ ਲੋਕਾਂ ਦੇ ਦਿਲਾਂ 'ਚ ਭੈ ਜਿਹਾ ਸੀ ਵੀ ਨਵੇਂ ਥਾਂ ਤੇ ਕੌਣ ਵਸੇ, ਕਿਉਂਕਿ ਉਪਰਾ ਜਿਹਾ ਥਾਂ, ਨਵਾਂ ਜਿਹਾ ਥਾਂ, ਦਰਿਆ ਦਾ ਟਿਕਾਣਾ। ਗੁਰੂ ਅੰਗਦ ਦੇਵ ਮਹਾਰਾਜ ਅਮਰਦਾਸ ਜੀ ਨੂੰ ਕਹਿਣ ਲੱਗੇ, ਫਿਰ ਤੁਸਾਂ ਬਣਾਇਆ, ਤੁਸਾਂ ਵਸਾਇਆ ਨਾ? ਕਹਿਣ ਲੱਗੇ ਜੀ ਹਾਂ, ਆਪ ਦੀ ਆਗਿਆ ਸਦਕੇ ਵਸਿਆ। ਕਹਿਣ ਲੱਗੇ ਫਿਰ ਤੁਸੀਂ ਵਸੋ। ਇੰਜ ਅਮਰਦਾਸ ਮਹਾਰਾਜ ਜੀ ਆਪਣੇ ਪਰਿਵਾਰ ਨੂੰ ਬਾਸਰਕੇ ਤੋਂ ਗੋਇੰਦਵਾਲ ਸ਼ਿਫਟ ਕੀਤਾ। ਸਾਰਾ ਪਰਿਵਾਰ ਭੱਲਿਆਂ ਦਾ ਅਮਰਦਾਸ ਮਹਾਰਾਜ ਜੀ ਦੇ ਨਾਲ ਨਾਲ ਬਾਸਰਕੇ ਤੋਂ ਸ਼ਿਫਟ ਕਰਕੇ ਗੋਇੰਦਵਾਲ ਆ ਗਏ ਨੇ। ਉਸੇ ਸ਼ਿਫਟਿੰਗ ਦੇ ਦੌਰ ਵਿੱਚ ਹੀ ਇਹ ਨਾਨੀ ਦੋਹਤਾ ਵੀ ਬਾਸਰਕੇ ਤੋਂ ਗੋਇੰਦਵਾਲ ਆ ਗਏ, क्योंकि ये बासरके गुरु अमरदास महाराज का पुराना नगर है, ते रामदास महाराज जी दे नानके भी बासरके ही ने। इस करके जदों सारा परिवार आया तो उस शिफ्टिंग के दौर विच ही होर भी सहयोगी संबंधी नेड़े तेड़े रहने वाले जिवें कोई अमीर परिवार के शैल्टर विच कई सजे खब्बे मातड़ परिवार जी रहे हुंदे ने ते वो भी नाल ही मूव कर जाते हैं। इंज ये नानी दोहता भी बासरके तो गोइंदवाल साहब आन शिफ्ट होए ने। अज तक कदे पढ़िया जे जिहड़े साखी इतिहास पढ़ते हो, जिहड़े अजकल बहुत तारीखां चों लभदे आ, गोइंदवाल नगर दे विच रामदास महाराज जी अते इन्हां दी नानी दा कोई टिकाणा सानू कदे लभिया होवे भी इत्थे आ टिकाणा कोई कच्चा कोठा घर छपरी झुग्गी कोई है जिथे रामदास जी रहिंदे सन, नानी नाल रहिंदी सी। ऐसा साडे को कोई टिकाणा पक्का नहीं गा, कोई निशान नहीं गा। इहदा मतलब पता की है? गरीबी दा वा है। ते गरीब दा कोई घर नहीं हुंदा जिथे थां मिलिया रात कट लई। अज भी असीं देखदे ना वड्डे शहरां च आके देखो, पुलां दे थल्ले किल दो ठोके ने, पुल दी दीवार ना तरपाल पाई, गुजारा हो रहा है। मेहनत मशक्कत की माड़े नहीं गे लोग, को चोरी नहीं करते, मंगते नहीं गे, पर मजबूरी है रहन नूं टिकाणा नहीं। जिथे थां मिलिया अज सरकार ने इत्थों चुकिया गा उत्थे चले गए। खैर इत्थे रहिंदियां कुछ समा गुजरिया। अमरदास महाराज सतगुरु जी ने होनहारता नूं वेखिया जैनू कि ये भाग पूर्व कर्म अंकुर जा प्रगटे। याद रखना दो चीज़ां जिन्हां ते असीं इत्थे जिक्र करदे हुंदे आ। एक हुंदा है जो समाजिक तरीके दे राहीं गुरु सानू दे रहे ने, वो समाजिक दर्शन है। एक हुंदा है अध्यात्मकता दा पक्ष जो कर्मा संदड़ा खेत हुंदा है। इत्थे दोनों गल्लां साडे नाल समानांतर चलदियां ने। समाजिकता यह है कि जदों असीं अपने धीआं पुत्रां दा रिश्ता करना हुंदा है तो तुसीं की कुछ देखदे आ। जितने समेत मेरे आप पेरेंट्स बैठे हो, अपने धीआं दा अपने पुत्रां दा रिश्ता तय करन वास्ते जदों असीं सोचदे आ ते साडे नज़र साडी निगाह च की हुंदा है, साडे अज दी समाजिकता दा वो वड्डा पक्ष हुंदा है। अगर असीं अपनी धी दे बारे कोई बाहर घर लभ रहे हां ते असीं सोच रहे हैं कि साडा बाहर साडा जो लड़का देखिए सोहना सुनखा होवे, पढ़िया लिखिया होवे और उहदे नाल शब्द साडे कोल घर, जिथे असीं वर देखदे हां उत्थे घर भी देखदे हां। इहदा घर हैगा, खानदान किहो जिहा है, रोजी रोटी चंगी है, रिजक पानी का प्रबंध है, बहन उठण नूं थां इन्हां को है, घर है। कई बार समाज विच वेखिआ है वर चंगा नज़र आउंदा है, घर चंगा नहीं हुंदा, असीं रिश्ते तो इनकार कर देने, कहने नहीं भाई असीं अपनी धी रोड़नी थोड़ा, सानू घर भी तो चाहिए। जे वर चंगा है तो घर भी तो चंगा चाहिए।
ठीक इसे तरह जे असीं पुत्र का रिश्ता देखते हाँ तो असीं धी नूं चंगा देखते हाँ, लेकिन ना भाई इहदा बैकग्राउंड वेखो, खानदान देखो, बहुत सारी गल्लां साडे समाज विच ने जो सीना बसीना साडे वड्डियां तो सानूं मिली आ, असीं अगां वरत रहे हां। समाजिकता दी नवीं सेध ते नवां पूरना पाउणा ये गुरु के हिस्से हुंदा है। गुरु नवे पूरने पाउंदे ने, जिन्हां पूरनियां ते सिखां ने चलना हुंदा है। गुरु सतगुरु ने अपनी धी दा रिश्ता करना है ते की सोच रखणगे कि साडे वाली, ते फिर साडे वाली अगर सोच है तो फिर साडे ते गुरु च कोई फर्क ना रहा ना। गुरु साहब जी ने सोच रखी है, शायद अज उन्होंने किते किते पढ़े लिखे समाज अपना रहा है। साडा ट्रेडिशनल समाज अजे नहीं पूरी तरह अपना रहा। पढ़े लिखा समाज समझना कि वर ठीक है, सोहना सुनखा है, नशियां तो मुक्त है, बुराइयां तो मुक्त है, किसी प्रकार के दोष ते ऐब तो मुक्त है, ईमानदार है ते मेहनत मशक्कत करता है, घर नहीं है तो कोई गल नहीं, जिथे कमान गया पे रह लेगा। ये अज किते किते सोच विचरन लग पई है। ये सोच धन गुरु अमरदास महाराज ने सानू दिती है। जदों सतगुर दे घरों माता मनसा देवी जी ने कहा सी कि तुहाडी धी जवान है, तुसीं ते अपनी संसार दी बाहरलियां ते गुरता दी गल्लां चुरझे पए हो, कदे घर बारे भी सोचो। ते सतगुर कहण लगे तुहाडी की राय है? कहण लगे कोई चंगा वार घर देखो। सतगुर कहण लगे कैसा वर चाहिदा है? ते उदों कोलों दी लंघदे सन, सतगुरु दे कोलों दी लंघ रहे रामदास, कहण लगे इहो जिहा सोहना सुनखा होवे। कहण लगे फिर इहो जिहा ते इहो ही है। असीं इन्नी कुछ गल मुका देने आ। नहीं, दरअसल अमरदास महाराज रामदास जी नूं पिछले लगभग 10-12 वरियां तो देख रहे सन। ये नहीं कि पहली बारी नजरे पाए, जिवें कई बार कह देने आ सतगुर ने कि बुला के पूछा भी तेरा नां की है, तू रहना किथे आ? नहीं भाई, इदां नहीं। 10 साल हो गए ने इक्के पिंड विच रहिंदिआं, ते अज भी साडे आले दुआले कोई 10 सालां तो परिवार रह रहा होवे, असीं उहदे बारे बहुत कुछ जाण जाने आ। ते किते इहो जिहा परिवार होवे जिहड़ा चंगे वड्डे शहर च होवे, उन्हां कोई बड़ा वड्डा हैपन घटना वापरी होवे, इकट्ठे माता पिता चलाना करके हुण बच्चा साडे घरां दे नेड़े रहिंदा होवे ते सानूं सब पता हुंदा। ते उस वक्त तां ये सारी जानकारियां बड़ी नेड़े दी सन। सतगुरु अमरदास महाराज जी पिछले लगभग 10-12 वरियां तो रामदास साहब जी नूं देख रहे सन। 10-12 वरियां तो उन्हां दे सुभाਅ नूं, इन्हां दे नेचर नूं, इन्हां दी मशक्कत नूं, इन्हां दी ईमानदारी नूं, इन्हां दे प्रेम नूं, जो कुछ समाज विच चंगे गुण चाहीदे हुंदे ने ਉਹ ਇਹਨਾਂ ਚੋਂ देख रहे सन। ताइयों कहा सी कि इन्हां वर्गा ते ही है। खैर, अमरदास महाराज जी ने अपनी छोटी बेटी बीबी भानी का विवाह रामदास जी ने किते साडे वास्ते पूरना पाया कि भाई अज अपने धीआं दा रिश्ता करियो ते केवल समाजिक वडप्पण वल मत देखिया करिए। पिछले दिनां च इत्थे बैठे सी, साखियां पढ़ रहे सां। समाजिक वडप्पण देखण दे बाद विच कई वार असीं सारी उम्र वास्ते अपने धी दे रोण दा प्रबंध कर देने आ। अमीरी देख ली, उन्हां दा ऐशो आराम देख लिया, पर नेचर नहीं वेखिया, सुभाਅ नहीं वेखिया, जीवन पੱਧਰ नहीं वेखिया। वो नशा करते ने, वो ब्लैक करते ने, वो माड़े कर्म करते ने। अपनी धी विआह दित्ती जे, बाद विच तुसीं ते विआह के पासे हो गए, भुगतेगी ते सारी उम्र तुहाडी धी। इस करके सावधान ते सुचेत अज भी कि अपनी धीआं दा रिश्ता करन लगियां केवल अमीरी ना देखियो, गुणां दी सांझ करियो। गुण किहो जे चाहीदे ने? साडे गुरबाणी च अगे जाके जिक्र है, सानू दामाद किहो जिहा चाहीदा है। माए बाप को बेटा नीका, ससुर है चतुर जवाई। सियाणा होना चाहिए, समझदार होना चाहिए। खैर, अमरदास महाराज ने ये गल्लां सानू पूरने पा के दित्तियां। महाराज ने विवाह का समा नियत किया। विवाह के समय ते सुभाग जोड़ी नूं सन्मुख बिठा लिया गया। जिवें अज भी असीं देखदे आ, विआह के समय सुभाग जोड़ी सन्मुख बैठी हुंदी है। सन्मुख बैठिया कुछ गल्लां
ਗੁਰੂ ਪਾਤਸ਼ਾਹ ਜੀ ਨੇ, ਗੁਰੂ ਪਿਤਾ ਨੇ ਬੱਚਿਆਂ ਦੇ ਨਾਲ ਸਾਂਝੀਆਂ ਕੀਤੀਆਂ ਸਨ। ਜੋ ਸਿੱਖਿਆਵਾਂ ਦੇ ਰੂਪ ਵਿੱਚ ਅਸੀਂ ਕਹਿੰਦੇ ਤੇ ਕਹਾਣੇ ਹੁੰਦੇ ਆ, ਉੱਥੇ ਉਸ ਵਕਤ ਘਰ ਪਰਿਵਾਰ ਨੂੰ ਠੀਕ ਢੰਗ ਨਾਲ ਚਲਾਉਣ ਵਾਸਤੇ ਜੋ 3 ਉਪਦੇਸ਼ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਬੇਟੀ ਦੇ ਥਰੂ ਸਾਨੂੰ ਦਿੱਤੇ ਨੇ, ਸਾਡੇ ਵਡੇਰਿਆਂ ਨੇ 3 ਭੱਬੇ ਕਹਿ ਕੇ ਅੱਜ ਸਤਿਕਾਰਿਆ। ਅੱਜ ਵੀ ਜਦੋਂ ਕਿਤੇ ਵਿਆਹਾਂ ਦੇ ਸਮੇਂ ਤੇ ਬੈਠੀਦਾ ਤੇ ਅਸੀਂ ਹੁਣ ਤੇ ਰਿਵਾਜ ਹੀ ਨਹੀਂ, ਕੋਈ ਗੁਸਵਤ ਗੁਰਮਤ ਵਿਚਾਰ ਸੁਣ ਕੇ ਰਾਜੀ ਨਹੀਂ, ਸਮਾਂ ਨਹੀਂ ਸਾਡੇ ਕੋਲ ਬਾਹਰ ਸੜਕਾਂ ਤੇ ਨੱਚਣ ਟੱਪਣ ਲਈ ਤੇ ਘੰਟਿਆਂ ਬੱਧੀ ਸਮਾਂ ਹੁੰਦਾ ਹੈ। ਦਰਬਾਰ 'ਚ ਬੈਠ ਕੇ ਕੁਝ ਗੱਲਾਂ ਗੁਰੂ ਕੀਆਂ, ਵਡੇਰਿਆਂ ਕੀ ਸਾਖੀਆਂ ਸੁਣਨ ਦਾ ਸਾਡੇ ਕੋਲ ਸਮਾਂ ਨਹੀਂ ਹੁੰਦਾ। ਚੇਤਾ ਰੱਖਣਾ, ਇੱਥੇ ਬਿਠਾ ਕੇ ਸਤਿਗੁਰੂ ਅਮਰਦਾਸ ਨੇ ਆਪਣੀ ਬੱਚੀ ਦੇ ਥਰੂ ਸਾਨੂੰ, ਸਾਡੀਆਂ ਬੱਚੀਆਂ ਨੂੰ, ਸਾਡੇ ਪਰਿਵਾਰਾਂ ਨੂੰ 3 ਵੱਡੇ ਉਪਦੇਸ਼ ਦਿੱਤੇ ਸਨ। 3 ਭੱਬੇ ਜਿਹਨੂੰ ਸਾਡੇ ਵਡੇਰੇ ਕਹਿੰਦੇ ਨੇ। ਅੱਜ ਵੀ ਜੇ ਕਿਤੇ ਉਹ ਜ਼ਿੰਦਗੀ 'ਚ ਅਪਣਾ ਲਏ ਜਾਣ ਤੇ ਸ਼ਾਇਦ ਕਿਸੇ ਘਰ ਕਲੇਸ਼ ਹੀ ਨਾ ਹੋਵੇ। ਮੈਂ ਛੇਤੀ ਮੁਕਾ ਦਿਆਂ, ਪਹਿਲਾ ਉਪਦੇਸ਼ ਕੀਤਾ ਸੀ ਮਹਾਰਾਜ ਨੇ ਬੇਟੀ ਨੂੰ, ਬੇਟਾ ਤੂੰ ਹੁਣ ਆਪਣੇ ਜੀਵਨ ਦਾ ਨਵਾਂ ਦੌਰ, ਅਗਲਾ ਪੜਾਅ ਸ਼ੁਰੂ ਕਰਨਾ ਹੈ। ਇੱਕ ਚੇਤੇ ਰੱਖੀ, ਹੁਣ ਤੂੰ ਕੱਲੀ ਧੀ ਨਹੀਂ ਹੈ, ਹੁਣ ਤੂੰ ਪਤਨੀ ਹੈ, ਤੂੰ ਕਿਸੇ ਦੀ ਨੂੰਹ ਹੈ, ਤੇਰੇ ਨਾਲ ਦੂਜਾ ਪਰਿਵਾਰ ਜੁੜ ਗਿਆ ਹੈ। ਤੇ ਵੱਡਿਆਂ ਨੇ ਕੁਝ ਗੱਲਾਂ ਕਹਿਣੀਆਂ ਹੁੰਦੀਆਂ ਨੇ, ਕਾਰ ਵਿਹਾਰ ਕਰਦਿਆਂ ਕੁਝ ਗਲਤੀਆਂ ਵੀ ਹੋ ਜਾਂਦੀਆਂ ਨੇ, ਇਸ ਕਰਕੇ ਕਦੇ ਆਰਗੂਮੈਂਟ ਮਤ ਕਰਨਾ। ਜੋ ਅਸੀਂ ਬੜੀ ਛੇਤੀ ਕਿਸੇ ਦੀ ਗੱਲ ਸੁਣਦੇ ਨਹੀਂ, ਬਰਦਾਸ਼ਤ ਨਹੀਂ ਕਰਦੇ, ਬੜੀ ਛੇਤੀ ਜਵਾਬ ਦਿੰਦੇ ਆ। ਸਤਿਗੁਰ ਕਹਿਣ ਲੱਗੇ ਨਾ ਬੇਟਾ, ਕਦੇ ਇਦਾਂ ਜਵਾਬ ਨਾ ਦੇਣਾ। ਤੇ ਕੀ ਕਹਿਣਾ ਪਿਤਾ ਜੀ? ਸਭ ਤੋਂ ਕਹਿਣਾ ਭੱਬਾ ਭੁੱਲੀ। ਅੱਜ ਅੰਗਰੇਜ਼ੀ ਵਾਲੇ ਬੱਚੇ ਸਮਝ ਜਾਣਾ, ਜੇ ਅਸੀਂ ਸੌਰੀ ਬੋਲ ਦਈਏ ਤੇ ਕਲੇਸ਼ ਉੱਥੇ ਮੁੱਕ ਜਾਂਦਾ ਹੈ। ਅਸੀਂ ਸਕੂਲਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਬੱਚਿਆਂ ਨੂੰ ਕਹਿ ਕੇ ਕਹਿੰਦੇ ਸੌਰੀ ਬੋਲ, ਸੌਰੀ ਬੋਲ। ਤੇ ਜੇ ਕਿਤੇ ਘਰ 'ਚ ਛੋਟੀ ਮੋਟੀ ਗੱਲ ਹੋ ਜਾਏ ਤੇ ਸੌਰੀ ਬੋਲਦੇ ਹੋ, ਭੁੱਲ ਗਏ ਜੀ, ਗਲਤੀ ਹੋ ਗਈ, ਗੱਲ ਉੱਥੇ ਮੁੱਕ ਜਾਂਦੀ ਹੈ। ਬੇਟੀ ਨੇ ਕਿਹਾ ਮਹਾਰਾਜ ਫਿਰ ਦੂਜੀ ਗੱਲ? ਕਹਿਣ ਲੱਗੇ ਬੇਟਾ ਤੇਰੇ ਤੋਂ ਵੱਡਾ ਕੋਈ ਤੈਨੂੰ ਕੋਈ ਮੱਤ ਦੇਵੇ ਤੇ ਕੀ ਕਹੇਂਗੀ? ਕਹਿਣ ਲੱਗੇ ਮਹਾਰਾਜ ਜੋ ਆਪ ਕਹੋ ਉਦਾਂ ਕਰੀਏ। ਕਹਿਣ ਲੱਗੇ ਜਦੋਂ ਕੋਈ ਸਿਆਣਾ ਪਰਿਵਾਰ ਦਾ ਜੀ ਆ ਕੇ ਕੋਈ ਗੱਲ ਕਿ ਬੇਟਾ ਇਦਾਂ ਨਹੀਂ, ਇਦਾਂ ਕਰੀਦਾ, ਘਰ ਪਰਿਵਾਰ ਦੇ ਵਰਤੋਂ ਵਿਹਾਰ ਤੁਹਾਨੂੰ ਬਹੁਤ ਸਾਰਾ ਨਹੀਂ ਪਤਾ ਹੁੰਦਾ ਨਾ, ਤੇ ਕੋਈ ਸਿਆਣਾ ਕਹੇ ਕਿ ਬੇਟਾ ਇਦਾਂ ਨਹੀਂ, ਇਦਾਂ ਕਰ ਲਓ, ਤੇ ਠੀਕ ਹੈ ਤੁਸੀਂ ਕਰਨਾ ਜਾਂ ਨਾ ਕਰਨਾ ਤੇ ਬਾਅਦ ਹੈ। ਤੇ ਕਿ ਯਕਦਮ ਕਹਿ ਦਿਓ ਇਦਾਂ ਨਹੀਂ ਹੁੰਦਾ, ਨਹੀਂ ਭੱਬਾ ਭਲਾ, ਠੀਕ ਹੈ ਜੀ ਭਲਾ ਹੈ, ਤੁਸਾਂ ਜੋ ਕਿਹਾ ਭਲਾ ਹੈ, ਵਿਚਾਰ ਕਰਾਂਗੇ। ਅੱਜ ਵੀ ਸਿਆਣੇ ਕੀ ਕਹਿੰਦੇ ਨੇ, ਕਿਸੇ ਨੇ ਤੁਹਾਨੂੰ ਕੋਈ ਆ ਕੇ ਰਾਏ ਦਿੱਤੀ ਹੈ, ਯਸ ਨੂੰ ਮਤ ਕਹੋ ਇੱਕਦਮ, ਠੀਕ ਹੈ ਵਿਚਾਰਾਂਗੇ, ਸੋਚਾਂਗੇ, ਤੁਹਾਡਾ ਕਿਹਾ, ਤੁਹਾਡਾ ਉਪਦੇਸ਼, ਤੁਹਾਡੀ ਗੱਲ ਅਸੀਂ ਸੁਣ ਲਈ ਹੈ, ਅਸੀਂ ਤੇ ਵਿਚਾਰ ਕਰਾਂਗੇ। ਤੁਸਾਂ ਭਲਾ ਕਿਉਂ ਨੇ, ਤੁਸਾਂ ਚੰਗਾ ਕਿਹਾ ਹੈ, ਅਸੀਂ ਵਿਚਾਰ ਕਰ ਲਾਂਗੇ। ਦੂਜੀ ਗੱਲ ਹੈ। ਤੀਜੀ ਗੱਲ ਹੈ, ਦੁੱਖ ਸੁੱਖ ਆ ਜਾਏ, ਵਪਾਰ ਵਿੱਚ ਬੈਠੇ ਹੋ, ਪਰਿਵਾਰ 'ਚ ਬੈਠੇ ਹੋ, ਕੋਈ ਵਾਧਾ ਘਾਟਾ ਹੋ ਜੇ, ਕਿ ਇੱਕ ਦੂਜੇ ਤੇ ਬਲੇਮ ਕਰੋਗੇ? ਜਿਵੇਂ ਅੱਜ ਅਸੀਂ ਇੱਕ ਦੂਜੇ ਤੇ ਬਲੇਮ ਕਰਦੇ ਹਾਂ। ਸਤਿਗੁਰ ਕਹਿਣ ਲੱਗੇ ਨਾ ਬੇਟਾ, ਕਦੇ ਬੰਦੇ ਨੂੰ ਇੱਕ ਦੂਜੇ ਨੂੰ ਬਲੇਮ ਮਤ ਕਰਨਾ। ਤੇ ਫਿਰ ਕੀ ਕਹੀਏ? ਕਹਿਣ ਲੱਗਾ ਤੀਜਾ ਬਚਨ ਸੀ ਬੱਪਾ ਭਾਣਾ, ਰੱਬ ਦਾ ਭਾਣਾ ਹੈ। ਜੋ ਘਾਟਾ ਵਾਧਾ ਹੋਏ, ਅਗਰ ਕਿਤੇ ਕੋਈ ਨੁਕਸਾਨ ਹੋ ਗਏ ਤੇ ਕੋਈ ਗੱਲ ਨਹੀਂ, ਰੱਬ ਦਾ ਭਾਣਾ, ਮਿਹਨਤ ਕਰਾਂਗੇ ਫਿਰ ਸਰਵਾਈਵ ਕਰ ਜਾਵਾਂਗੇ। ਇਹ 3 ਉਪਦੇਸ਼ ਸਾਡੇ ਪਰਿਵਾਰਾਂ 'ਚ ਮਹਾਰਾਜ ਨੇ ਦਿੱਤੇ। ਇਹਦੇ ਨਾਲ ਜਿਹਦਾ ਜ਼ਿਕਰ ਕਰ ਲੱਗਾ ਸਾਂ, ਗਿਆਨ ਉਪਦੇਸ਼ ਜ਼ਿੰਦਗੀ ਨੂੰ ਆਪਣੇ ਸਮਾਜਿਕ ਪੱਧਰ ਤੋਂ ਉਠਾ ਕੇ ਘਰ ਪਰਿਵਾਰ ਦੇ ਵਿੱਚ ਰਹਿੰਦਿਆਂ ਅਸਾਂ ਪ੍ਰਮਾਤਮਾ ਤੱਕ ਦੀ ਯਾਤਰਾ ਕਰਨੀ ਹੈ। ਲੋਕਾਂ ਨੇ ਕਿਹਾ ਸੀ ਕਿ ਭਾਈ ਰੱਬ ਤੱਕ ਮਿਲਣ ਵਾਸਤੇ ਪਹਿਲਾ ਤਰੀਕਾ ਭਗਤੀ ਹੈ, ਭਗਤੀ ਕਰਨਾ ਚਾਹੀਦਾ ਹੈ। ਰਾਮਦਾਸ ਮਹਾਰਾਜ ਜੋ ਉਸ ਵਕਤ ਬੈਠੇ ਸਨ, ਕਹਿਣ ਲੱਗੇ ਹੇ ਗੁਰਦੇਵ ਪਿਤਾ, ਜੀਵਨ ਵਿੱਚ ਕੁਝ ਉਪਦੇਸ਼ ਉਹ ਵੀ ਦੇ ਦਿਓ ਜਿਹਦੇ ਨਾਲ ਪਰਿਵਾਰਕ ਜੀਵਨ ਸੁਖੈਨ ਹੁੰਦਾ ਹੈ। ਇਹ ਆਪ ਨੇ ਦੱਸ ਦਿੱਤਾ ਹੈ। ਯਾਦ ਰੱਖਣਾ, ਇਹ ਉਪਦੇਸ਼ ਕੇਵਲ ਬੇਟੀ ਲਈ ਨਹੀਂ ਹੈ, ਸਾਡੇ ਦੋਨਾਂ ਲਈ ਹੁੰਦੇ ਨੇ। ਅਸੀਂ ਦੋਨੋਂ ਜੀ ਸੌਰੀ ਬੋਲ ਦਈਏ, ਭੱਬਾ ਭਲਾ ਕਹਿ ਦਈਏ, ਭੱਬਾ ਭਾਣਾ ਮੰਨ ਲਈਏ, ਇਹ ਕਪਲ ਲਈ ਉਪਦੇਸ਼ ਹੈ, ਪਰਿਵਾਰ ਲਈ ਉਪਦੇਸ਼ ਹੈ। ਰਾਮਦਾਸ ਕਹਿਣ ਲੱਗੇ ਹੇ ਗੁਰਦੇਵ ਪਿਤਾ, ਕੋਈ ਜ਼ਿੰਦਗੀ ਦੀ ਰੂਹਾਨੀਅਤ ਦਾ ਉਪਦੇਸ਼ ਵੀ ਦੇ ਦਿਓ। ਕਿਵੇਂ ਤਰੱਕੀ ਕਰਕੇ ਰੋਜ਼ੀ ਰੋਟੀ ਤੇ ਕਮਾ ਹੀ ਰਹੇ ਹਾਂ, ਆਪ ਦੀ ਬਰਕਤ ਸਦਕੇ
ਆਪਦੀ ਆਸੀਸ ਸਦਕੇ ਘਰ ਰੋਜ਼ੀ ਰੋਟੀ ਖਾਣ ਨੂੰ ਮਿਲਦੀ ਹੈ। ਪਰ ਰੂਹਾਨੀਅਤ ਕਿਵੇਂ ਪ੍ਰਾਪਤ ਹੋਵੇ? ਸਤਿਗੁਰ ਕਹਿਣ ਲੱਗੇ, ਬੇਟਾ ਉਹਦੇ ਵਾਸਤੇ ਵੀ 4 ਉਪਦੇਸ਼ ਸਿਆਣਿਆਂ ਨੇ ਦੱਸੇ ਨੇ। ਅਸੀਂ ਤੁਹਾਨੂੰ 4 ਹੀ ਗੱਲਾਂ ਸਿਆਣਿਆਂ ਦੀਆਂ ਹੀ ਕਵਾਂਗੇ। ਕਹਿਣ ਲੱਗੇ, ਪਹਿਲੀ, ਸੰਸਾਰ ਦੇ ਲੋਕ ਕਹਿੰਦੇ ਨੇ ਆਖੇ ਭਗਤੀ ਕਰਨੀ ਚਾਹੀਦੀ ਹੈ। ਹਾਂ ਗੁਰਦੇਵ ਪਿਤਾ, ਸਾਰੇ ਕਹਿੰਦੇ ਨੇ ਭਗਤੀ ਕਰਨੀ ਚਾਹੀਦੀ ਹੈ, ਪਰ ਭਗਤੀ ਕੀ ਹੁੰਦੀ ਹੈ? ਅੱਜ ਅਸੀਂ ਤੁਸੀਂ ਵੀ ਕਿਤੇ ਭਗਤੀ ਦੀ ਗੱਲ ਕਰੀਏ ਤੇ ਅਸੀਂ ਸੋਚਦੇ ਹਾਂ ਬਹਿ ਕੇ ਮਾਲਾ ਫੇਰਨੀ, ਵਾਹਿਗੁਰੂ ਵਾਹਿਗੁਰੂ ਕਰਨਾ ਭਗਤੀ ਹੁੰਦਾ। ਉੱਥੇ ਜਾ ਕੇ ਘਰ-ਬਾਰ ਛੱਡ ਕੇ ਬਹਿ ਕੇ ਭਗਤੀ ਕਰਦੇ, ਫਲਾਣਾ ਬੰਦਾ ਬੜੀ ਭਗਤੀ ਕਰਦਾ ਹੈ। ਸਾਨੂੰ ਗੁਰੂ ਅਮਰਦਾਸ ਕਹਿਣ ਲੱਗੇ, ਨਹੀਂ ਕਦੇ ਸੁਣਿਆ ਜੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਤੁਹਾਨੂੰ ਘਰ-ਬਾਰ ਛੱਡ ਕੇ ਕਿਤੇ ਦੂਰ ਜਾ ਕੇ ਵਾਹਿਗੁਰੂ ਵਾਹਿਗੁਰੂ ਕਰਨ ਲਈ ਕਿਹਾ ਹੋਵੇ? ਨਹੀਂ ਭਾਈ, ਗੁਰੂ ਨਾਨਕ ਨੇ ਤਾਂ ਐਸਾ ਨਹੀਂ ਕਿਹਾ। ਸਤਿਗੁਰੂ ਨਾਨਕ ਨੇ ਕੀ ਕਿਹਾ ਹੈ? ਕਿਰਤ ਕਰਿਆ ਕਰੋ, ਤੇ ਕਿਰਤ ਕਰਦੇ ਕਰਦੇ ਨਾਮ ਜਪਿਆ ਕਰੋ। ਭਗਤੀ ਕੀ ਹੈ? ਕੋਈ ਵੀ ਕਿਰਿਆ ਕਰਨੀ, ਸਮਰਪਿਤ ਭਾਵ ਚ ਕਰਨੀ, ਪ੍ਰੇਮ ਨਾਲ ਕਰਨੀ, ਲਗਾਤਾਰ ਕਰਨੀ। ਭਗਤੀ ਕਿਵੇਂ ਕਰੀਏ ਬਾਬਾ? ਸਤਿਗੁਰੂ ਜੀ, ਅਸੀਂ ਕਿਵੇਂ ਭਗਤੀ ਕਰ ਸਕਦੇ ਹਾਂ? ਸਤਿਗੁਰ ਕਹਿਣ ਲੱਗੇ, ਮੈਂ ਤੁਹਾਨੂੰ ਪਹਿਲੀ ਗੱਲ ਦੱਸਦਾ, ਜਿਹੜਾ ਅਸੀਂ ਅੱਜ ਰੋਜ਼ ਜਦੋਂ ਵੀ ਕਿਤੇ ਆਨੰਦ ਕਾਰਜ ਹੁੰਦਾ ਨਾ, ਆਪਣੇ ਬੱਚਿਆਂ ਦੀ ਅਸੀਂ ਲਾਵਾਂ 'ਚ ਪਹਿਲੀ ਲਾਵਾਂ ਪੜ੍ਹਦੇ ਹਾਂ, ਯਾਦ ਰੱਖਣਾ, ਉਹ ਭਗਤੀ ਦਾ ਸਭ ਤੋਂ ਬਿਹਤਰੀਨ ਪੱਖ ਹੈ। ਹਰ ਪਹਿਲੜੀ ਲਾਓ ਪਰ ਵਿਰਤੀ ਕਰਮ ਦ੍ਰਿੜਾਇਆ। ਬਲਰਾਮ ਜੀਓ, ਜੀਵਨ ਜਿਉਣ ਦੇ 2 ਹੀ ਤਰੀਕੇ ਜੇ। ਸਮਾਜ ਵਿੱਚ ਕਿਸੇ ਦੇਸ਼ ਚਲੇ ਜਾਓ, ਕਿਸੇ ਧਰਮ 'ਚ ਪ੍ਰਵੇਸ਼ ਕਰ ਜਾਓ, ਜੀਵਨ ਜਿਉਣ ਦੇ 2 ਹੀ ਤਰੀਕੇ ਨੇ। 2 ਪ੍ਰਕਾਰ ਦੇ ਸਮਾਜ ਲੋਕ ਨੇ। ਇੱਕ ਉਹ ਲੋਕ ਨੇ ਜਿਹੜੇ ਗ੍ਰਸਤੀ ਤੋਂ ਦੂਰ ਨੇ, ਜਿਹੜੇ ਸਿਰਫ ਉਹਨਾਂ ਦਾ ਕੀ ਕਰਨ ਯਤ ਰਹਿਣਾ, ਗ੍ਰਸਤੀ ਦਾ ਫਿਰ ਕੋਈ ਧਰਮ ਹੈ, ਤੇ ਜੋ ਗ੍ਰਸਤੀ ਤੋਂ ਦੂਰ ਹੈ ਉਹਦਾ ਕੋਈ ਧਰਮ ਨਹੀਂ। ਇੱਕ ਉਹ ਨੇ ਜੋ ਗ੍ਰਸਤੀ ਤੋਂ ਦੂਰ ਨੇ, ਕਿਸੇ ਮਸੀਤ 'ਚ ਬੈਠੇ ਨੇ, ਕਿਸੇ ਸ਼ਿਵਾਲय 'ਚ ਮਿਲ ਜਾਣਗੇ, ਕਿਸੇ ਦਰਿਆ ਦੇ ਕੰਢੇ 'ਤੇ ਮਿਲ ਜਾਣਗੇ, ਕਿਤੇ ਡੇਰੇ 'ਤੇ ਮਿਲ ਜਾਣਗੇ, ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਅਤੀਤ ਕਹਿ ਦਿੰਦੇ ਹਾਂ, ਇੱਥੇ ਆਪਾਂ ਸੰਨਿਆਸੀ ਕਹਿ ਦਿੰਦੇ ਹਾਂ। ਸਤਿਗੁਰ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦੇ ਮਿਸ਼ਨ ਵਿੱਚ, ਗੁਰੂ ਨਾਨਕ ਸਾਹਿਬ ਦੇ ਸੰਕਲਪ ਵਿੱਚ ਇਹਨਾਂ ਵਾਸਤੇ ਕੋਈ ਬਹੁਤ ਵੱਡਾ ਥਾਂ ਨਹੀਂ ਜੇ। ਅਤੀਤਾਂ ਵਾਸਤੇ, ਸੰਨਿਆਸੀਆਂ ਵਾਸਤੇ ਸਾਡੇ ਲਈ ਕੋਈ ਬਹੁਤ ਵੱਡਾ ਥਾਂ ਨਹੀਂ ਗਾ। ਤੇ ਕਰਮਾਂ ਦੀ ਫਿਲਾਸਫੀ ਦੇ ਵਿੱਚ ਲੋਕਾਂ ਨੇ ਮੰਨਿਆ ਕਿ ਕਰਮ ਵੀ 2 ਹੀ ਪੱਖ ਦੇ ਜੇ ਨੇ, ਇੱਕ ਪ੍ਰਵਰਤੀ ਕਰਮ, ਇੱਕ ਨਿਰਵਿਰਤੀ ਕਰਮ। ਨਿਰਵਿਰਤੀ ਕਰਮ ਉਹ ਹੈ ਜਿਹਦੇ ਨਾਲ ਸੰਸਾਰ ਛੁੱਟਦਾ ਹੈ। ਤਿਆਗ, ਆ ਵੀ ਛੱਡ ਦੇ, ਆ ਵੀ ਛੱਡ ਦੇ, ਆ ਵੀ ਛੱਡ ਦੇ। ਜਿਵੇਂ ਜੋਗੀਆਂ ਨੇ ਕਹਿੰਦੇ ਕਹਾਂਦੇ ਰਾਜਿਆਂ ਦੇ ਸਿਰ ਸਵਾ ਪਵਾ ਦਿੱਤੀ। ਵੱਡੇ ਵੱਡੇ ਰਾਜਿਆਂ ਦੇ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ 'ਚ, ਭਰਥਰੀ ਵਰਗਿਆਂ ਦਾ, ਗੋਪੀ ਚੰਦ ਵਰਗਿਆਂ ਦਾ, ਜਿਹੜੇ ਆਪਣੇ ਵਕਤ ਦੇ ਰਾਜੇ ਸਨ। ਠੀਕ ਹੈ, ਘਰ ਪਰਿਵਾਰ 'ਚ ਕੋਈ ਦੁੱਖ ਆਇਆ, ਮਨ 'ਚ ਸੰਤਾਪ ਆਇਆ, ਮਨ ਵਿੱਚ ਸ਼ੋਕ ਆਇਆ, ਰੋਂਦੇ ਪਏ ਸਨ। ਸੁਭਾਵਕ ਹੈ, ਮਨੋਵਿਗਿਆਨਕ ਮਨੁੱਖੀ ਬਿਰਤੀ ਹੈ। ਪਰਿਵਾਰਕ ਦੁੱਖ ਹੋਵੇ, ਕੋਈ ਜੀਵ ਵਿਛੜ ਜਾਏ, ਵਿਅਕਤੀ ਬਹਿ ਕੇ ਰੋਂਦਾ ਹੈ, ਸੁਭਾਵਕ ਰੋਣਾ। ਪਰ ਆ ਕੇ ਗਿਆਨੀ ਮਿਲੇ ਨਾ, ਇੱਥੇ ਸਭ ਸੰਸਾਰ ਮਿਥਿਆ ਹੈ। ਭਰਥਰੀ ਵਰਗਿਆਂ ਤੋਂ ਘਰ-ਬਾਰ ਛੁਡਾ ਦਿੱਤਾ, ਸਿਰ ਸੁਆਹ ਪੈ ਗਈ, ਕੰਨ ਪਾਟ ਕੇ ਮੰਗਣੇ ਲਾ ਦਿੱਤਾ ਹੈ। ਗੋਪੀ ਚੰਦ ਨੂੰ ਮੰਗਣ ਲਾ ਦਿੱਤਾ ਹੈ, ਰਾਜਾ ਹੈ, ਜਿਨ੍ਹਾਂ ਦਾ ਜ਼ਿਕਰ ਅੱਗੇ ਜਾ ਕੇ ਗੁਰਬਾਣੀ 'ਚ ਪੜ੍ਹਦੇ ਹਾਂ। ਸਤਿਗੁਰ ਕਹਿਣ ਲੱਗੇ, ਅਸਾਂ ਐਸਾ ਕਰਮ ਨਹੀਂ ਕਰਨਾ ਜੋ ਨਿਰਵਿਰਤੀ ਪੈਦਾ ਕਰਦਾ ਹੋਵੇ। ਕਿਤੇ ਐਸਾ ਨਾ ਹੋਵੇ ਸਾਡੇ 'ਚ, ਜੇ ਕਿਤੇ ਕਿਤੇ ਹੈ, ਦੇਖੋ ਜੀ ਹੁਣ ਤੇ ਬਾਣੀ ਪੜ੍ਹਨ ਲੱਗੇ ਨੇ, ਇਹਨਾਂ ਦਾ ਧਿਆਨ ਕੰਮ 'ਚ ਲੱਗਦਾ ਹੀ ਨਹੀਂ। ਹੁਣ ਤੇ ਸਾਰਾ ਦਿਨ ਗੁਰਦੁਆਰੇ ਬੈਠੇ ਨੇ, ਦੁਕਾਨ ਤੇ ਜਾਂਦੇ ਹੀ ਨਹੀਂ, ਜੌਬ ਤੇ ਜਾਣਾ ਹੀ ਨਹੀਂ। ਯਾਦ ਰੱਖਣਾ, ਇਹ ਗੁਰੂ ਨਾਨਕ ਦੇਵ ਦੀ ਸਿੱਖੀ ਨਹੀਂ ਜੇ। ਸਤਿਗੁਰੂ ਨਾਨਕ ਦੀ ਸਿੱਖੀ ਪਰਵਿਰਤੀ ਕਰਮ ਦ੍ਰਿੜਾਇਆ। ਪਰਵਿਰਤ ਕਰਮ ਉਹ ਜੁੜ ਕੇ ਰਹੇ। ਪਰਵਿਰਤ ਦਾ ਮਤਲਬ ਜੁੜਨਾ। ਤੂੰ ਐਸਾ ਕੰਮ ਕਰਨਾ ਹੈ ਜਿਹਦੇ ਨਾਲ ਤੂੰ ਜੁੜ ਕੇ ਰੱਖੇ। ਆਪਣੇ ਆਪ 'ਚ ਪਤੀ ਪਤਨੀ ਜੁੜ ਕੇ ਰਹੋ, ਪਰਿਵਾਰ ਨੂੰ ਜੋੜ ਕੇ ਰੱਖੋ, ਸਮਾਜ ਨੂੰ ਜੋੜ ਕੇ ਰੱਖੋ। ਐਸੇ ਕਰਮ ਕਰੋ ਜਿਹਦੇ ਨਾਲ ਜੁੜਾਓ ਪੈਦਾ ਹੋਵੇ, ਤੋੜੋ ਨਹੀਂ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਹਰ ਰਾਏ ਸਾਹਿਬ ਦਾ ਬਹੁਤ ਛੋਟਾ ਜਿਹਾ ਸੰਵਾਦ, ਕਿ ਅਗਰ ਤੁਹਾਡਾ ਵੱਡਪਣ ਵੀ ਹੋਵੇ ਤੇ ਐਸਾ ਕਰਮ ਨਾ ਕਰਿਓ ਜਿਹਦੇ ਨਾਲ ਕੋਈ ਖਿੜਿਆ ਟੁੱਟ ਜਾਏ। ਜੇ ਜੋੜ ਨਹੀਂ ਸਕਦੇ ਤੇ ਕਮ ਸੇ ਕਮ ਤੋੜਿਓ ਨਾ। ਤੇ ਸਤਿਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਜੋ ਬਚਨ ਅੱਗੇ ਜਾ ਕੇ ਰਾਮਦਾਸ ਨੇ ਸਾਨੂੰ
ਗੁਰੂ ਚੌਥੇ ਪਾਤਸ਼ਾਹ ਰੂਪ ਦਿੱਤੇ, ਕਹਿਣ ਲੱਗੇ ਪਹਿਲਾ ਉਪਦੇਸ਼ ਭਗਤੀ ਦਾ, ਪਰ ਬਿਰਤੀ ਕਰਮ ਦ੍ਰਿੜਾਇਆ। ਕਿਉਂਕਿ ਗ੍ਰਸਤੀ ਹੋ ਨਾ, ਤੇ ਤੁਹਾਡਾ ਪਹਿਲਾ ਕਰਮ ਹੈ ਤੁਸਾਂ ਪਰਿਵਰਤ ਹੋਣਾ ਹੈ, ਸਮਾਜ ਨੂੰ ਜੋੜ ਕੇ ਰੱਖਣਾ ਹੈ, ਪਰਿਵਾਰ ਨੂੰ ਜੋੜ ਕੇ ਰੱਖਣਾ ਹੈ। ਤੁਸੀਂ ਜ਼ਿੰਮੇਦਾਰ ਹੋ, ਤੁਹਾਡਾ ਪਹਿਲਾ ਫਰਜ਼ ਹੈ ਤੁਸੀਂ ਪਰਿਵਾਰ ਨੂੰ ਜੋੜ ਕੇ ਰੱਖੋ। ਤੇ ਹਰ ਪਰਿਵਾਰ ਦੀ ਸਿਚੁਏਸ਼ਨਸ ਅਲੱਗ-ਅਲੱਗ ਹੋ ਸਕਦੀ ਹੈ। ਅਸੀਂ ਮੰਨਦੇ ਹਾਂ ਕਿ ਹਰ ਪਰਿਵਾਰ ਦੀ, ਹਰ ਸਮਾਜ ਦੀ, ਹਰ ਇਲਾਕੇ ਦੀ, ਹਰ ਥਾਂ ਦੀ ਘਟਨਾਵਾਂ ਸਿਚੁਏਸ਼ਨ ਅਲੱਗ-ਅਲੱਗ ਹੋਏਗੀ। ਤੇ ਤੁਸੀਂ ਸਿਆਣੇ ਹੋ ਨਾ, ਜੋੜ ਕੇ ਰੱਖੋ। ਕੀ ਕਰੀਏ? ਜੋੜ ਕੇ ਰੱਖਣ ਵਾਸਤੇ ਕਿਵੇਂ ਜੋੜੀਏ? ਮਹਾਰਾਜ ਕਹਿੰਦੇ ਕਿ ਚੇਤਾ ਰੱਖਿਓ, ਉੱਥੇ ਵੀ 4 ਚੀਜ਼ਾਂ ਉਪਦੇਸ਼ਿਤ ਕਰਿਓ, ਬਾਣੀ, ਬ੍ਰਹਮਾ, ਵੇਦ, ਧਰਮ ਦ੍ਰਿੜੋ। ਤੁਸੀਂ ਬਾਣੀ ਨਾਲ ਜੁੜੇ ਰਹੋ। ਬ੍ਰਹਮਾ ਕੀ ਹੈ? ਬ੍ਰਹਮਾ ਕਿਰਤ ਹੈ, ਕਰਦਾ ਹੈ, ਕਿਰਿਆਸ਼ੀਲ ਹੈ। ਜਿੱਥੇ ਤੁਸੀਂ ਉਪਦੇਸ਼ ਨਾਲ ਜੁੜੇ ਰਹਿਣਾ ਹੈ, ਉੱਥੇ ਹਰ ਵਕਤ ਕੰਮ ਕਰਦੇ ਰਹਿਣਾ। ਵਿਹਲੇ ਬੈਠੇ ਰਹੋਗੇ ਤੇ ਕੀ ਪਰਿਵਾਰ ਨੂੰ ਜੋੜ ਸਕੋਗੇ? ਅੱਜ ਹੀ ਅਗਰ ਸਾਡਾ ਕੋਈ 25-30 ਵਰ੍ਹਿਆਂ ਦਾ ਬਾਲਕਾ, ਧੀਆ ਜਾਂ ਪੁੱਤਰ ਹੈ, ਵਿਹਲਾ ਘਰ ਬੈਠਾ ਹੋਵੇ ਤੇ ਮਾਪਿਆਂ ਨੂੰ ਵੱਢਣੋਂ ਪੈਂਦਾ ਹੈ, ਮਾਪਿਆਂ ਨੂੰ ਚੰਗਾ ਨਹੀਂ ਲੱਗਦਾ। ਉਹੀ ਬੱਚਾ 10 ਸਾਲ ਦਾ ਵਿਹਲਾ ਬੈਠਾ ਹੈ, ਸਾਨੂੰ ਚੰਗਾ ਲੱਗਦਾ ਹੈ। ਤੇ ਉਹੀ 30 ਸਾਲਾਂ ਦਾ ਬੱਚਾ ਵਿਹਲਾ ਬੈਠਾ ਹੋਵੇ, ਮਾਪੇ ਕਹਿਣ ਲੱਗ ਪੈਂਦੇ ਨੇ ਕਦੋਂ ਤੱਕ ਵਿਹਲੇ ਨੂੰ ਖਵਾਵਾਂਗੇ? ਕੁਛ ਕਰ, ਕੋਈ ਕਿਰਿਆ ਕਰ, ਕੋਈ ਕਿਰਤ ਕਰ। ਤੂੰ ਬ੍ਰਹਮਾ ਦੀ ਗੱਲ ਪੂਜਣ ਵਾਲਾ ਨਹੀਂ, ਬਾਣੀ, ਬ੍ਰਹਮਾ, ਵੇਦ, ਤੇ ਜੋ ਕਰਨਾ ਹੀ ਚੇਤਾ ਰੱਖੀ, ਵਿਚਾਰ ਕੇ ਕਰੀ। ਵੇਦ ਦਾ ਮਤਲਬ ਕੇਵਲ ਗ੍ਰੰਥ ਨਹੀਂ ਆ, ਵਿਚਾਰ ਹੈ। ਤੂੰ ਜੋ ਕੁਝ ਕਰਨਾ ਹੈ ਵਿਚਾਰ ਕੇ ਕਰੀ। ਇਹ ਗੱਲ ਚੇਤਾ ਰੱਖੀ, ਧਰਮ ਦ੍ਰਿੜੋ, ਦ੍ਰਿੜ ਕਰੀ ਆਪਣਾ ਧਰਮ, ਆਪਣੀ ਡਿਊਟੀਜ਼ ਨੂੰ, ਆਪਣੇ ਫਰਜ਼ਾਂ ਨੂੰ ਪੂਰਾ ਕਰੀ। ਜੋ ਵੀ ਤੇਰੀ ਡਿਊਟੀ ਹੈ, ਜੋ ਵੀ ਤੇਰਾ ਫਰਜ਼ ਹੈ। ਅਸੀਂ ਹੱਕਾਂ ਦੀ ਗੱਲ ਕਰਦੇ ਹਾਂ। ਅੱਜ ਅਸੀਂ ਗਾਹੇ ਬਗਾਹੇ ਕਹਿੰਦੇ ਸਾਡੇ ਰਾਈਟ, ਸਾਡੇ ਹੱਕ ਜੀ। ਬੱਚੇ ਕਹਿੰਦੇ ਸਾਡਾ ਰਾਈਟ ਹੈ ਜੀ, ਆਹ ਤੇ ਸਾਡਾ ਰਾਈਟ ਹੈ, ਸਾਡਾ ਹੱਕ ਹੈ। ਤੇ ਕਦੇ ਠੰਡੇ ਦਿਮਾਗ ਨਾਲ ਪੁੱਛਣ, ਬੇਟਾ ਵਾਟ ਜੋ ਰਾਈਟ ਹੈ ਨਾ, ਤਾਂ ਡਿਊਟੀ ਉਹ ਕਿੱਥੇ ਹੈ? ਤੇ ਡਿਊਟੀ ਕੀ ਹੈ? ਤੇਰਾ ਧਰਮ ਕੀ ਹੈ? ਤੇਰਾ ਫਰਜ਼ ਕੀ ਹੈ? ਕਿ ਤੂੰ ਇੱਕ ਪੁੱਤਰ ਹੋਣ ਦਾ, ਇੱਕ ਧੀ ਹੋਣ ਦਾ ਫਰਜ਼ ਨਿਭਾ ਰਹੇ ਹੋ? ਕਿ ਤੁਸੀਂ ਇੱਕ ਪਿਤਾ ਹੋਣ ਦਾ ਫਰਜ਼ ਨਿਭਾ ਰਹੇ ਹੋ? ਜੋ ਵੀ ਤੁਹਾਡਾ ਫਰਜ਼ ਹੈ, ਫਰਜ਼ ਤੁਮ ਦ੍ਰਿੜ ਕਰੋ। ਕਹਿਣ ਲੱਗੇ ਧਰਮ ਦ੍ਰਿੜੋ। ਤੇ ਫਿਰ ਚੇਤਾ ਰੱਖਣਾ, ਜਿੱਥੇ ਧਰਮ ਨੂੰ ਦ੍ਰਿੜ ਕਰਨਾ ਜੇ, ਉੱਥੇ ਗੱਲ ਹੋਰ ਚੇਤਾ ਰੱਖਿਓ, ਪਾਪ ਤਜਾਇਆ। ਆਪਣੀ ਜ਼ਿੰਦਗੀ ਚੋਂ ਪਾਪ ਕੀ ਹੈ? ਬੁਰਾ ਕਰਮ, ਜਿਹਦੇ ਨਾਲ ਦਿਲ ਦੁਖੇ ਤੁਹਾਡਾ, ਜਿਹਦੇ ਨਾਲ ਦਿਲ ਦੁਖੇ ਦੂਜੇ ਦਾ, ਜੋ ਬੁਰਾਈ ਹੈ। ਸਤਿਗੁਰ ਨੇ ਭਗਤੀ ਵਾਸਤੇ ਕੁਝ ਗੱਲਾਂ ਨੇ ਦ੍ਰਿੜ ਕਰਕੇ ਰੱਖਿਓ। ਜਦੋਂ ਇਹ ਕੰਮ ਕਰ ਲਓਗੇ, ਭਗਤੀ ਦ੍ਰਿੜ ਹੋ ਜਾਏਗੀ। ਫਿਰ ਦੂਜੀ ਗੱਲ ਕਹਿਣ ਲੱਗੇ, ਜਦੋਂ ਭਗਤੀ ਪੂਰੀ ਹੋ ਜਾਏ ਨਾ, ਭਗਤੀ ਹੋਵੇ, ਤੇ ਦੂਜਾ ਸਟੈਪ ਹੁੰਦਾ ਏ, ਜਿਹਨੂੰ ਅਸੀਂ ਲਿਖੇ ਨੇ ਆ ਗਿਆਨ। ਗਿਆਨ ਹੁੰਦਾ ਏ, ਸਮਝ ਆ ਜਾਂਦੀ। ਘਰ ਜ਼ਿੰਦਗੀ ਦੇ ਕਰਮ ਕਰਦਿਆਂ ਕਰਦਿਆਂ, ਜ਼ਿੰਮੇਦਾਰੀਆਂ ਨਿਭਾਉਂਦਿਆਂ ਸਮਝ ਆ ਜਾਂਦੀ ਹੈ। ਯਾਦ ਰੱਖਣਾ, ਕੇਵਲ ਕਿਤਾਬਾਂ ਤੇ ਡਿਗਰੀਆਂ ਲੈਣ ਦੇ ਨਾਲ ਹੀ ਸਮਝ ਨਹੀਂ ਜਿਉਂਦੀ। ਜਿੰਨੇ ਮੇਰੇ ਤੋਂ ਵੱਡੇ ਡਿਗਰੀ ਹੋਲਡਰਸ ਬੈਠੇ ਹੋ, ਜਾਂ ਨਵੀਂ ਜਨਰੇਸ਼ਨ ਡਿਗਰੀ ਹੋਲਡਰਸ ਬੈਠੀ ਹੈ, ਤੁਸੀਂ ਕਿਹਨੂੰ ਤਜਰਬੇ ਨੂੰ ਪੁੱਛਦੇ ਹੋ? ਕਿਤੇ ਡਿਗਰੀ ਲੈ ਕੇ ਜੌਬ ਲਈ ਜਾਂਦੇ ਹੋ, ਅਗਲਾ ਪੁੱਛਦੇ ਤਜਰਬਾ ਕਿੰਨਾ ਹੈ? ਜੀ ਸਰ ਤਜਰਬਾ ਤੇ ਕੋਈ ਨਹੀਂ। ਕਹਿਣ ਲੱਗੇ 2 ਸਾਲ ਬਾਅਦ ਆਵੀਂ, 2 ਸਾਲ ਇੰਟਰਨਸ਼ਿਪ ਕਰਕੇ ਆ, ਤਜਰਬਾ ਲੈ ਕੇ ਆ, ਕਿਸੇ ਦੇ ਅੰਡਰ ਕੰਮ ਕਰਕੇ ਆ, ਤਾਂ ਆਵੀਂ, ਤਾਂ ਇੰਡੀਪੈਂਡੈਂਟ ਜੌਬ ਮਿਲੇਗੀ। ਇੱਦਾਂ ਨਹੀਂ ਮਿਲਦੀ। ਡਿਗਰੀ ਤੇਰੇ ਕੋਲ ਤੂੰ ਗੋਲਡ ਮੈਡਲਿਸਟ ਹੋ ਸਕਦਾ ਹੈ, ਪਰ ਤਜਰਬਾ ਨਹੀਂ ਗਾ ਨਾ ਜ਼ਿੰਦਗੀ ਦਾ, ਤਾਂ ਤੂੰ ਜੇ ਕੁਛ ਨਹੀਂ ਗਾ। ਤਜਰਬਾ ਕੀਮਤ ਰੱਖਦਾ ਹੈ। ਜੋ ਤਜਰਬੇ ਨੂੰ ਦੂਜਾ ਸ਼ਬਦ ਹੈ ਗਿਆਨ। ਗਿਆਨ ਮਿਲਦਾ ਹੈ, ਜੀਵਨ ਜਿਉਣ ਤੋਂ ਬਾਅਦ ਗਿਆਨ ਪ੍ਰਗਟ ਹੁੰਦਾ ਹੈ। ਤੇ ਮਹਾਰਾਜ ਤੁਹਾਨੂੰ ਰਾਮਦਾਸ ਕਹਿਣ ਲੱਗੇ, ਗੁਰਪਤਾ ਫਿਰ ਗਿਆਨ ਕਿੱਥੋਂ ਮਿਲਣਾ ਹੈ? ਸਤਿਗੁਰ ਕਹਿਣਗੇ ਹਰ ਦੂਜੜੀ ਲਾਓ। ਦੂਸਰਾ ਪੜਾਵ ਦੇਖ, ਉਹ ਕੀ ਹੈ? ਸਤਿਗੁਰ ਪੁਰਖ ਮਿਲਾਇਆ। ਗਿਆਨ ਦੀ ਪ੍ਰਾਪਤੀ ਸਤਿਗੁਰੂ ਹੈ, ਗਿਆਨ ਸਤਿਗੁਰ ਦਾ। ਕਿਉਂਕਿ ਅਸੀਂ ਤੁਸੀਂ ਕਹਿੰਦੇ ਆ ਨਾ, ਮਨ ਨਹੀਂ ਟਿਕਦਾ ਸਾਡਾ। ਸਾਰੇ ਕਹਿੰਦੇ ਆ ਪਾਠ ਕਰਦੇ, ਬਾਣੀ ਪੜ੍ਹਦੇ, ਜਪ ਕਰਦੇ, ਆਖੇ ਜੀ ਕੀ ਕਰੀਏ ਜੀ, ਮਨ ਨਹੀਂ ਟਿਕਦਾ। ਆਸਾ ਕੀ ਵਾਰ ਪੜ੍ਹਨਾ। ਦਰਬਾਰ ਸਾਹਿਬ ਦੇ ਹਜ਼ੂਰ ਪਿਆਰੇ ਕੀਰਤਨੀਏ ਆਣ ਬੈਠੇ ਨੇ, ਪੜ੍ਹ ਕੇ ਸੁਣਾਉਂਦੇ ਨਾ, ਗਿਆਨ ਕਾ ਬੱਧਾ ਮਨ ਰਹੇ। ਮਨ ਕਿਹਦਾ ਬੱਧਾ ਹੈ? ਕਿ ਕਰਮਾਂ ਦਾ ਨਹੀਂ। ਮਨ ਕਰਮਾਂ ਦਾ ਬੱਧਾ ਨਹੀਂ ਜੀ ਹੁੰਦਾ।
मन लालचा करके नहीं, ज्ञान का बद्दा मन रहे। महाराज ज्ञान किदा? ज्ञान किसी तो भी ले सकते हो? नहीं नहीं नहीं, गुर बिन ज्ञान ना होए। ज्ञान तेरे गुरु का होना चाहिए, किसी होर दा ज्ञान ना वरत लियो। असीं बहुत सारे होरना दा ज्ञान वरत बैठे हैं। दूसरा पड़ाव है ज्ञान, ते ज्ञान कौन है? सतगुर पुरख मिलाया। बलराम जीओ, जो सतगुर मिलते फिर निर्मलता ते भय प्राप्त होंदा है। ज्ञान की प्राप्ति दूसरी लाभ। तीजी लाभ महाराज, तीसरा पड़ाव किहड़ा है? जिथे जाके महाराज लोग कहते ने बैराग हुंदा है। कहने लगे जदों कर्म करते हो, किरत करते हो, समझ तुहानूं होवे जिंदगी दी, फिर तीजी चीज प्रकट होएगी, बैराग। फिर समझ आएगी, पता लगेगा बंदगी बड़ी की, जप बड़ा किया, अजे गल नहीं बनी, अजे मिले नहीं, अजे दर्शन नहीं हुए। फिर बैराग आएगा, ते की बैरागी घर बार छड़ के तुर जाएगा। समाज लोग क्या बैरागी कंठी पा के आखे जी बैराग आ गया, घर बार छड़ के तुर पे, असी तो चले किसी पहाड़ ते। नहीं, बैरागी उद्यम च आ जाता है। हर तीजड़ी लाओ मन चाओ पिया, उत्साह च आ गया, होर अगे चलिया। बैराग आया, बैराग ना उत्साह आ गया, उत्साह च काम करता है। तो जो उत्साह करता है, फिर कहने लगे महाराज चौथा पड़ाव तुम मिलेगा। वो चौथी लौंच के आ, हर चौथड़ी लाओ मन सहज पिया, मन टिकाओ च आ जाएगा, अडोल हो जाएगा। असी बेनती करते हैं महाराज साडे सिर ते हाथ रखियो, डोलन ते राखो प्रभु। महाराज कृपा करियो, डोल ना जाइए। और गुरुदेव कृपा करो। धन गुरु रामदास महाराज पावन प्रकाश पुरब मनाते हैं। असी सतगुर के उपदेशों नूं आत्मसात कर सकीए ते जिंदगी जीण वास्ते असी शुभ कर्मन ते कबहू ना टारां दे इस आदर्श नूं, इस सिद्धांत नूं हिरदे च वसा लीए, तां परवर्ती कर्म दृढ़ करके अपनी जिंदगी नूं अगे लै चलीए। आओ इतने को वचन प्रवान करना। बहुत प्यारे ते सत्कारयोग कीर्तनीय वीर जगदीप सिंह जी सचखंड श्री दरबार साहिब तो, धन गुरु रामदास महाराज दरबार तो प्रेम दिया, अंमृत दिया, नाम दिया झोलियां भर के लेके आए ने। उन्हें साडे ते उन्होंने झोलियों चो लैके आए ने, वो छिट्टा देना है। कीर्तन सर के मन बिरती एकाग्र करके जुड़ना है। भुल चुक दी खिमा। एक बार फिर बधाइयां। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह।